ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸੋਨੀਆ ਮਾਨ ਨੇ ਇਹ ਕੀ ਕਿਹਾ ਵੀ ਆਂਗਣਵਾੜੀ ਵਰਕਰ ਤੋਂ ਸਰਪੰਚ ਆਪਦੇ ਘਰਾਂ ਦੀ ਸਫਾਈ ਕਰਾਉਂਦੇ ਆ। ਆਂਗਣਵਾੜੀ ਵਰਕਰ ਹੈ ਕਾਹਦੇ ਵਾਸਤੇ? ਸੋਨੀਆ ਮਾਨ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਆਂਗਣਵਾੜੀ ਵਰਕਰਾਂ ਦਾ ਕੰਮ ਹੀ ਨਹੀਂ ਸਫਾਈ ਕਰਨਾ, ਜਿਹੜਾ ਉਹ ਕਹਿੰਦੀ ਆ ਵੀ ਸਰਪੰਚ ਸਫਾਈ ਕਰਾਉਂਦੇ ਆ। ਜਿਹੜੀ ਇਹ ਬੀਬਾ ਗੀ ਸ਼ਾਇਦ ਇਹ ਕਾਲੀਆਂ ਵੇਲੇ ਵੀ ਮਾੜੀ ਮੋਟੀ ਪੂਛ ਮਾਰਦੀ ਹੁੰਦੀ ਸੀ, ਇਹ ਉਲਟ ਗੱਲ ਕਹਿ ਕੇ ਕਾਂਗਰਸ ਵੇਲੇ ਵੀ, ਪਰ ਹੁਣ ਆ ਵੀ ਇਹਨੂੰ ਪਤਾ ਵੀ ਸਰਕਾਰ ਦੇ ਮੈਂ ਧਿਆਨ ਚਾਹਾਂ। ਕੋਈ ਖਾਨਦਾਨੀ ਬੰਦਾ ਇਹ ਐਡੀ ਜਲਦਬਾਜ਼ੀ 'ਚ ਇਹੋ ਜਿਹੇ ਬਿਆਨ ਨਹੀਂ ਦਿੰਦਾ ਕਿ ਜਿਹਦੇ ਘਰੇ ਕੋਈ ਮੈਂਬਰੀ ਸਰਪੰਚੀ ਨੰਬਰਦਾਰੀ ਰਹੀ ਹੋਵੇ, ਉਹ ਠੰਮੇ ਵਾਲਾ ਬੰਦਾ ਹੁੰਦਾ ਗਾ। ਉਹਨੇ ਇੱਕ ਇੱਕ ਸਵਾਲ ਦਾ ਜਵਾਬ ਨਾ ਉਹਨੇ ਰੋਕ ਕੇ ਦੇਣਾ ਗਾ ਤੇ ਬਿਲਕੁਲ ਵਾਜਬ ਦੇਣਾ ਵੀ ਕੱਲ੍ਹ ਨੂੰ ਆਪਾਂ ਨੂੰ ਇਹ ਗੱਲ ਦੇਣੀ ਨਾ ਹੋਵੇ। ਤੇ ਫੇਮ ਭਾਲਦੀ ਪਤੀ ਆਪਾਂ ਨੂੰ, ਕਿਉਂਕਿ ਸਾਡਾ ਬੋਲਣ ਨੂੰ ਜੀ ਤਾਂ ਨਹੀਂ ਕਰਦਾ ਸੀ, ਜੇ ਅਸੀਂ ਉਹਦੇ ਉਲਟ ਵੀ ਬੋਲਦੇ ਸਮਾਂ ਦੀ ਉਹਦੀ ਤਾਂ ਪੋਪੂਲੈਰਿਟੀ ਜ਼ਿਆਦਾ ਹੋਣੀ ਹੈ ਨਾ। ਪਰ ਕਿਤੇ ਕਿਤੇ ਐਂ ਲੱਗਦਾ ਇਹ ਇਮਾਨਦਾਰ ਬੰਦੇ ਜੇ ਆਪਾਂ ਵੀ ਨਾ ਬੋਲੇ, ਫਿਰ ਜੇ ਘਰੇ ਬਹਿ ਕੇ ਫਿਰ ਤਾਂ ਗੱਲਾਂ ਫਿਰ ਤਾਂ ਮਾੜੇ ਬੰਦੇ ਮੂਹਰੇ ਆ ਹੀ ਜਾਣਗੇ ਸਮਾਜ 'ਚ। ਧਰਨਿਆਂ ਤੇ ਜਾ ਕੇ ਲੀਡਰੀ ਭਾਲਦੀ ਸੀਗੀ, ਉਹਨੂੰ ਮਿਲੀ ਨਹੀਂ ਜੀ। ਕਿ ਸਰਕਾਰ ਤੋਂ ਵਾਹ-ਵਾਹ ਖੱਟਣਾ ਚਾਹੁੰਦੀ ਸੀ ਵੀ ਮੈਂ ਸਰਪੰਚਾਂ ਦੇ ਵਿਰੁੱਧ ਬੋਲੀ ਜੀ, ਕੀ ਆ ਵੀ ਮੈਨੂੰ ਕੋਈ ਅਹੁਦੇ ਹੀ ਦੇਣ ਚੱਕ ਕੇ ਮੁੱਖ ਮੰਤਰੀ ਹਨਾ। ਨਹੀਂ ਬੀਬਾ ਜੀ, ਇਸ ਤਰ੍ਹਾਂ ਅਹੁਦੇ ਨਹੀਂ ਮਿਲਦੇ ਹੁੰਦੇ, ਆਪਦੀ ਜ਼ਬਾਨ ਤੇ ਮਾੜਾ ਜਿਹਾ ਲਗਾਮ ਰੱਖੋ। ਮੈਂ ਤਾਂ ਉਹਨੂੰ ਲੀਡਰ ਮੰਨਦਾ ਹੀ ਨਹੀਂ ਹੈਗਾ ਜੀ, ਕਿਸ ਬੇਸ ਤੇ ਉਹਨੂੰ ਲੀਡਰ ਮੰਨਣੀ ਹੈ। ਮੈਂ ਇੱਕ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਕੋਈ 60 ਸਾਲ ਦਾ 65 ਸਾਲ ਦਾ, ਉਹ ਕਿਸ ਪਾਸਿਓਂ ਬਸ਼ਰਮਾ ਹੋ? ਇੱਕ ਵਾਰੀ ਦੱਸਣ ਤਾਂ ਸਹੀ ਕੀ ਬਸ਼ਰਮਾ ਹੋ। ਕਦੇ ਮੈਨੂੰ ਲੱਗਦਾ ਉਹਨਾਂ ਨੇ ਸਰਪੰਚ ਕੋਲੇ ਜਾ ਕੇ ਨਹੀਂ ਦੇਖਿਆ ਹੋਣਾ, ਕਦੇ ਗੱਲਬਾਤ ਹੀ ਨਹੀਂ ਕੀਤੀ ਹੋਣੀ। ਮੈਂ ਹੁਣ ਉਹਨਾਂ ਬਾਰੇ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਮੇਰੇ ਮੰਨ ਲਓ ਟੱਚ 'ਚ ਇਹੋ ਜਿਹੇ ਬੰਦੇ ਵੀ ਹੈ ਮੈਡਮ ਜਿਹੜੇ ਉਹਨਾਂ ਦਾ ਪਿਛੋਕੜ ਜਾਣਦੇ ਆ। ਸਰਪੰਚ ਨੂੰ ਇੱਕ ਨਗੂਣੀ ਜੀ ਮਾਣ ਭੱਤਾ ਕਹਿ ਲਓ, ਤਨਖਾਹ ਕਹਿ ਲਓ 1200 ਰੁਪਏ 40 ਰੁਪਏ ਦਿਨ ਦੀ। ਜੇ ਉਹ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੀ ਤਾਂ ਸਰਪੰਚ ਉਤੇ ਸਖਤ ਤੋਂ ਸਖਤ ਐਕਸ਼ਨ ਲੈਣ। ਸਰਪੰਚ ਝੂਠੇ ਨੇ, ਚੋਰ ਨੇ, ਬੇਸ਼ਰਮ ਨੇ, ਕਾਰਡ ਬਣਾ ਕੇ ਗਰੀਬਾਂ ਦੀ ਕਣਕ ਖਾਂਦੇ ਨੇ। ਪੰਜਾਬੀ ਅਦਾਕਾਰਾ ਅਤੇ ਵਕਤਾ ਸੋਨੀਆ ਮਾਨ ਦੇ ਇਹ ਅਲਫਾਜ਼ ਸਰਪੰਚਾਂ ਨੂੰ ਬੇਹੱਦ ਖੜਕ ਰਹੇ ਨੇ। ਅਤੇ ਇਸ ਵੇਲੇ ਅਸੀਂ ਬਠਿੰਡਾ ਜ਼ਿਲ੍ਹਾ ਦੇ ਬਲਾਕ ਮੌੜ ਮੰਡੀ ਦੇ ਸਰਪੰਚਾਂ ਸਹਿਬਾਨਾਂ ਦੇ ਨਾਲ ਮੌਜੂਦ ਹੈਗੇ ਆ, ਜੋ ਕਿ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਦੇ ਵਿੱਚ ਨੇ ਅਤੇ ਬਹੁਤ ਹੀ ਜਲਦ ਸੋਨੀਆ ਮਾਨ ਦੇ ਉੱਪਰ ਡੈਫਾਮੇਸ਼ਨ ਕੇਸ ਜਿਹੜਾ ਹੈਗਾ ਉਹ ਫਾਈਲ ਕਰਨ ਜਾ ਰਹੇ ਨੇ। ਗੱਲਬਾਤ ਕਰਦੇ ਆ। ਸਰਪੰਚ ਇੱਕ ਪਿੰਡ ਦਾ ਮੋਢੀ ਹੁੰਦਾ ਹੈ ਔਰ ਵੋਟਾਂ ਦੇ ਨਾਲ ਚੁਣਿਆ ਜਾਂਦਾ ਹੈ। ਵੋਟ ਪਾ ਕੇ ਉਹਨਾਂ ਨੂੰ ਜਿਸ ਸਰਪੰਚ ਨੂੰ ਸਭ ਤੋਂ ਵੱਧ ਮੈਂਡੇਟ ਮਿਲਿਆ ਹੋਵੇ ਉਹ ਸਰਪੰਚ ਬਣਦਾ, ਉਹ ਮੋਤਬਰ ਬਣਦਾ ਹੈ। ਔਰ ਮੇਰੇ ਨਾਲ ਇਸ ਵੇਲੇ 4 ਪਿੰਡਾਂ ਦੇ ਸਰਪੰਚ ਸਾਹਿਬਾਨ ਮੌਜੂਦ ਨੇ। ਗੱਲਬਾਤ ਇਹਨਾਂ ਦੇ ਨਾਲ ਕਰ ਲੈਣੀ ਹੈ ਕਿ ਕਿਉਂ ਅਜਿਹੀ ਸ਼ਬਦਾਵਲੀ ਜਿਹੜੀ ਹੈਗੀ ਹੈ ਸਰਪੰਚਾਂ ਦੇ ਖਿਲਾਫ ਸੋਨੀਆ ਮਾਨ ਬੋਲਦੀ ਹੈ। ਸਰ, ਕੀ ਨਾਮ ਹੈ ਜੀ ਤੁਹਾਡਾ? ਕਸ਼ਮੀਰ ਸਿੰਘ ਆ ਜੀ। ਕੀ ਕਿਹੜਾ ਪਿੰਡ ਹੈ ਸਰ ਤੁਹਾਡਾ? ਮੇਰਾ ਪਿੰਡ ਕੋਟਪਾਰਾ ਜੀ। ਸਰਪੰਚ ਯੂਨੀਅਨ ਬਲਾਕ ਮੌੜ ਦਾ ਪ੍ਰਧਾਨ ਆ ਜੀ ਮੈਂ ਜੀ। ਸਰਪੰਚ ਸਾਹਿਬ, ਇੱਕ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ, ਮੋਢੀ ਹੁੰਦਾ ਹੈ ਨਾ, ਉਹਨੇ ਸਾਰਿਆਂ ਦੇ ਮਸਲਿਆਂ ਦੇ ਵਿੱਚ ਜਾਣਾ ਹੁੰਦਾ, ਉਹ ਕਿਤੋਂ ਪਿੱਛੇ ਨਹੀਂ ਹਟ ਸਕਦਾ ਕਿਸੇ ਦੇ ਮਸਲੇ ਤੋਂ ਵੀ। ਪਰ ਸੋਨੀਆ ਮਾਨ ਜੋ ਆਪਣੇ ਆਪ ਨੂੰ ਇੱਕ ਲੀਡਰ ਵੀ ਕਹਾਉਂਦੀ ਹੈ, ਪੰਜਾਬੀ ਅਦਾਕਾਰਾ ਵੀ ਕਹਾਉਂਦੀ ਹੈ, ਉਹ ਸਰਪੰਚਾਂ ਦੇ ਖਿਲਾਫ ਅਜਿਹੀ ਸ਼ਬਦਾਵਲੀ ਵਰਤਦੀ ਹੈ। ਕੀ ਤੁਸੀਂ ਇਸ ਨੂੰ ਸਮਝਦੇ ਹੋ? ਮੈਂ ਤਾਂ ਉਹਨੂੰ ਲੀਡਰ ਮੰਨਦਾ ਹੀ ਨਹੀਂ ਹੈਗਾ ਜੀ, ਕਿਸ ਬੇਸ ਤੇ ਉਹਨੂੰ ਲੀਡਰ ਮੰਨਣੀ। ਜਿਹੜੇ ਲੋਕਤੰਤਰ ਢੰਗ ਰਾਹੀਂ ਸਰਪੰਚ ਚੁਣੇ ਜਾਂਦੇ ਆ, ਬਕਾਇਦਾ ਵੋਟਾਂ ਪਾ ਕੇ ਚੁਣੇ ਜਾਂਦੇ ਆ। ਸਰਪੰਚ ਦਿਨ ਰਾਤ ਇੱਕ ਬੋਝ ਦੀ ਪੰਡ ਚੱਕ ਕੇ ਰੱਖਦੇ ਆ, ਉਹਨਾਂ ਦੀ ਕੋਈ ਤਨਖਾਹ ਵਗੈਰਾ ਨਹੀਂ, ਬਿਨਾਂ ਤਨਖਾਹ ਤੋਂ ਉਹ ਬਿਨਾਂ ਮਾਣ ਭੱਤੇ ਤੋਂ ਕੰਮ ਕਰਦੇ ਆ। ਸਰਪੰਚ ਨੂੰ ਇੱਕ ਨਗੂਣੀ ਜੀ ਮਾਣ ਭੱਤਾ ਕਹਿ ਲਓ, ਤਨਖਾਹ ਕਹਿ ਲਓ 1200 ਰੁਪਈਆ, ਜਾਨੀ ਕਿ 40 ਰੁਪਏ ਦਿਨ ਦੇ ਹਰ ਰੋਜ਼ ਦੇ। ਇਹਦੇ ਨਾਲ ਮੰਨ ਲਓ ਵੀ ਸਰਪੰਚ ਘਰੋਂ ਆਪਦੇ ਖਰਚੇ ਹੀ ਕਰਦੇ ਆ, ਦਿਨ ਰਾਤ ਗਰੀਬਾਂ ਦੇ ਨਾਲ ਤੁਰਦੇ ਆ। ਇਹ ਨਹੀਂ ਪਤਾ ਵੀ ਕਿਸ ਨੇ ਕਿਹੜੇ ਟਾਈਮ ਸੁੱਤੇ ਪਿਆ ਨੂੰ 12 ਵਜੇ ਜਾਂ 1 ਵਜੇ ਆ ਕੇ ਉਠਾਉਣਾ। ਕੋਈ ਵੀ ਆਪਦਾ ਮਸਲਾ ਉਹਦੇ ਨਾਲ ਸਰਪੰਚਾਂ ਨੂੰ ਤੁਰਨਾ ਪਊਗਾ। ਸਰਪੰਚ ਆਪਦੇ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਸਕਦੇ, ਲੇਕਿਨ ਪਿੰਡ ਵਾਸਤੇ ਸਰਪੰਚ ਦਿਨ ਰਾਤ ਤਿਆਰ ਰਹਿੰਦੇ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸੋਨੀਆ ਮਾਨ ਨੇ ਇਹ ਕੀ ਕਿਹਾ ਵੀ ਆਂਗਣਵਾੜੀ ਵਰਕਰ ਤੋਂ ਸਰਪੰਚ ਆਪਦੇ ਘਰਾਂ ਦੀ ਸਫਾਈ ਕਰਾਉਂਦੇ ਆ। ਆਂਗਣਵਾੜੀ ਵਰਕਰ ਹੈ ਕਾਹਦੇ ਵਾਸਤੇ? ਸੋਨੀਆ ਮਾਨ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਆਂਗਣਵਾੜੀ ਵਰਕਰਾਂ ਦਾ ਕੰਮ ਹੀ ਨਹੀਂ ਸਫਾਈ ਕਰਨਾ, ਜਿਹੜਾ ਉਹ ਕਹਿੰਦੀ ਆ ਵੀ ਸਰਪੰਚ ਸਫਾਈ ਕਰਾਉਂਦੇ ਆ। ਇੱਕ ਵੀ ਆਂਗਣਵਾੜੀ ਵਰਕਰ ਤੋਂ ਇਹ ਕਹਾਵੇ ਵੀ ਇਹ ਸਫਾਈ ਕਰਾਉਂਦੀ ਆ। ਆਂਗਣਵਾੜੀ ਵਰਕਰਾਂ ਦਾ ਕੰਮ ਮਤਲਬ ਹੋਰ ਆਗਾ। ਤੇ ਉਹ ਆਪਾਂ ਜੇ ਕਹਿੰਦੇ ਵੀ ਜਿਹੜੇ ਨਰੇਗਾ ਵਰਕਰ ਆ ਉਹਨਾਂ ਤੋਂ ਸਫਾਈ ਕਰਾਉਂਦੇ ਆ, ਉਹ ਤਾਂ ਆਪਾਂ ਮੰਨ ਲਾਂਦੇ, ਪਰ ਆਂਗਣਵਾੜੀ ਵਰਕਰ ਹੋਰ ਆ। ਬੀਬਾ ਨੂੰ ਤਾਂ ਇਹ ਨਹੀਂ ਪਤਾ ਵੀ ਕਿਹੜੇ ਮਹਿਕਮੇ ਬਾਰੇ ਤੇ ਕੀ ਗੱਲ ਕਰਨੀ ਆ।
ਦੂਜੀ ਗੱਲ ਜਿਹੜੀ ਕਹਿੰਦੇ ਆ ਵੀ ਕਣਕ ਸਰਪੰਚ ਗਰੀਬਾਂ ਦੀ ਕਣਕ ਖਾਂਦੇ ਆ, ਸਰਪੰਚ ਝੂਠੇ ਆ। ਗਰੀਬਾਂ ਦੀ ਕਣਕ ਸਰਪੰਚ ਕਿਵੇਂ ਖਾ ਲੈਣਗੇ? ਆਨਲਾਈਨ ਸਿਸਟਮ ਆ ਜੀ, ਅੰਗੂਠਾ ਲਾ ਕੇ ਕਣਕ ਮਿਲਣੀ ਆ। ਸਰਪੰਚ ਦਿਨ ਰਾਤ ਗਰੀਬਾਂ ਦੀ ਸੇਵਾ 'ਚ ਤਾਂ ਹਾਜ਼ਰ ਰਹਿੰਦੇ ਆ, ਉਹਨਾਂ ਦੇ ਕਾਰਡ ਤਾਂ ਬਣਾਉਣਗੇ, ਪਰ ਆਪਦੇ ਖਾਤਰ ਕਣਕ ਕਿਵੇਂ ਲੈਣਗੇ ਉਹ? ਜਿਹੜੇ ਕਿ ਦਿਨ ਰਾਤ ਆਪਦੀਆਂ ਗੱਡੀਆਂ ਦਾ ਤੇਲ ਮਚਾਉਂਦੇ ਆ, ਬੋਝ ਮਨ ਤੇ ਦਿਨ ਰਾਤ ਬਣਿਆ ਰਹਿੰਦਾ, ਉਹ ਫਿਰ ਗਰੀਬਾਂ ਦਾ ਕਣਕ ਕਿਵੇਂ ਖਾ ਲੈਣਗੇ? ਇੱਡੀ ਬੇਸ਼ਰਮ ਔਰਤ ਕਹੂੰਗਾ ਮੈਂ ਤਾਂ, ਜਿਹੜੀ ਸਰਪੰਚਾਂ ਨੂੰ ਬੇਸ਼ਰਮ ਕਹਿੰਦੀ ਆ, ਵੀ ਚੁਣੇ ਹੋਏ ਨੁਮਾਇੰਦਿਆਂ ਨੂੰ ਕਹਿੰਦੀ ਆ, ਉਹਨੂੰ ਜਾਂ ਤਾਂ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ, ਜਿਵੇਂ ਕਿ ਸਾਡੇ ਸੂਬਾ ਪ੍ਰਧਾਨ ਨੇ ਕਿਹਾ। ਜੇ ਉਹ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੇ ਤਾਂ ਸਰਪੰਚ ਉਤੇ ਸਖਤ ਤੋਂ ਸਖਤ ਐਕਸ਼ਨ ਲੈਣਗੇ ਜੀ। ਅੱਛਾ ਸਰਪੰਚ ਸਾਹਿਬ, ਤੁਸੀਂ ਕਿਹਾ ਵੀ ਅਸੀਂ ਆਪਣੇ ਵੱਲੋਂ ਆਪਣੀ ਜੇਬ ਚੋਂ ਗੱਡੀਆਂ ਦੇ ਵਿੱਚ ਪੈਟਰੋਲ ਪਵਾਉਂਦੇ ਆ, ਹਨਾ 40 ਰੁਪਏ ਸਾਨੂੰ ਹਰ ਰੋਜ਼ ਦੀ ਜਿਹੜੀ ਦਿਹਾੜੀ ਮਿਲਦੀ ਹੈ। ਫਿਰ ਮੈਂ ਇੱਕ ਗੱਲ ਪੁੱਛਣਾ ਚਾਹੂੰਗੀ ਕਿ ਸਰਪੰਚ ਲੱਖਾਂ ਰੁਪਇਆ ਲਾ ਕੇ ਕਿਉਂ ਇਲੈਕਸ਼ਨ ਲੜਦਾ ਸਰਪੰਚੀ ਦੀ? ਉਹਦੇ ਵਿੱਚ ਉਹਨੂੰ ਕੀ ਫਾਇਦਾ ਹੈ? ਸਰਪੰਚਾਂ ਨੂੰ ਇੱਕ ਟੈਗ ਦਾ ਹੁੰਦਾ ਜੀ। ਹੁਣ ਮੰਨ ਲਓ ਸਰਪੰਚੀ ਦੇ ਇਲੈਕਸ਼ਨ ਆਉਣੇ ਆ, ਉਹ ਤੇ 20 25 ਲੱਖ 30 40 ਲੱਖ ਲੱਗਣਗੇ। ਸਰਪੰਚਾਂ ਨੂੰ ਇੱਕ ਹੁੰਦਾ ਵੀ ਟੈਗ ਮਿਲੇ ਮੈਨੂੰ, ਉਹਦੇ ਵਿੱਚ ਸਤਿਕਾਰ ਮਿਲਦਾ ਜੀ, ਚੁਣੇ ਹੋਏ ਨੁਮਾਇੰਦਿਆਂ ਨੂੰ ਸਤਿਕਾਰ। ਸਰਪੰਚ ਸਾਹਿਬ ਕਹਿ ਕੇ ਬੁਲਾਉਂਦੇ ਆ ਜੀ, ਜਦੋਂ ਉਦੋਂ ਛਾਤੀ ਸੀਨਾ ਚੌੜਾ ਹੋ ਜਾਂਦਾ। ਐਡੀ ਗੱਲ ਪਿੱਛੇ 25 ਹੁੰਦਾ ਜੀ, ਕੰਮ ਦਾ ਲਾ ਦਿੰਦੇ ਆ ਜੀ। ਕੰਮ ਦਾ ਸ਼ੌਂਕ ਵੀ ਹੁੰਦਾ ਇੱਕ। ਸਰਪੰਚ ਸਾਹਿਬ ਦੀ ਗੱਲ ਇਹ ਵੀ ਸਹੀ ਹੈ ਵੀ ਟੈਗ ਇੱਕ ਸ਼ੌਂਕ ਹੁੰਦਾ ਵੀ ਹਾਂ ਯਾਰ ਪਿਛਲੇ ਨੇ ਆਹ ਨਹੀਂ ਕੀਤਾ, ਇਹਨੇ ਬਾਹ ਨਹੀਂ ਕੀਤਾ। ਹੁਣ ਅਸੀਂ 4-5 ਸਰਪੰਚ ਆ, ਅਸੀਂ ਸ਼ੁਰੂ ਤੋਂ ਆਜ਼ਾਦ ਰਹੇ ਹਾਂ, ਪਰ ਆਜ਼ਾਦ ਸਰਪੰਚ ਨਾਲ ਹਰੇਕ ਸਰਕਾਰ ਧੱਕਾ ਕਰਦੀ ਆ। ਆਉਣ ਵਾਲੀ ਸਰਕਾਰ ਵੀ ਧੱਕਾ ਕਰੀ ਜਾਂਦੀ ਹੈ, ਪਿਛਲੀ ਸਰਕਾਰ ਨੇ ਵੀ ਸਾਡੇ ਨਾਲ ਧੱਕਾ ਕੀਤਾ। ਇੱਕ ਮੈਨੂੰ ਸਰਪੰਚ ਸਾਹਿਬ ਤੋਂ ਪੁੱਛਣ ਤੋਂ ਪਤਾ ਲੱਗਿਆ, ਜਿਹੜੀ ਇਹ ਬੀਬਾ ਗੀ ਸ਼ਾਇਦ ਇਹ ਕਾਲੀਆਂ ਵੇਲੇ ਵੀ ਮਾੜੀ ਮੋਟੀ ਪੂਛ ਮਾਰਦੀ ਹੁੰਦੀ ਸੀ, ਇਹ ਉਲਟ ਗੱਲ ਕਹਿ ਕੇ ਕਾਂਗਰਸ ਵੇਲੇ ਵੀ, ਪਰ ਹੁਣ ਆ ਵੀ ਇਹਨੂੰ ਪਤਾ ਵੀ ਸਰਕਾਰ ਦੇ ਮੈਂ ਧਿਆਨ ਚ ਆਵਾਂ ਵੀ ਮੈਂ ਤੁਹਾਡੀ ਸਪੋਰਟ ਕਰ ਰਹੀ ਹਾਂ, ਕਿ ਕਿਸੇ ਪਾਸੇ ਟਿਕਟ ਹੀ ਮਿਲ ਜੇ। ਠੀਕ ਹੈ, ਤੁਹਾਨੂੰ ਲੱਗਦਾ ਵੀ ਉਹ ਪਪੂਲੈਰਿਟੀ ਜਾਂ ਉਹਦਾ ਇਹ ਕੋਈ ਪੋਲੀਟੀਕਲ ਸਟੰਟ ਹੈਗਾ? ਹਾਂਜੀ ਹਾਂ, ਉਹਦਾ ਪੋਲੀਟੀਕਲ ਸਟੰਟ ਆ ਵੀ ਮੇਰਾ ਇਹ ਕਨੀ ਸਰਕਾਰ ਦਾ ਧਿਆਨ ਜਾ ਵੀ। ਦੂਸਰਾ ਜਿਹੜੇ ਹਿਸਾਬ ਨਾਲ ਉਹਨੇ ਗੱਲਬਾਤ ਕੀਤੀ, ਮੈਨੂੰ ਕੋਈ ਖਾਨਦਾਨੀ ਵਾਲੀ ਗੱਲ ਤਾਂ ਉਹਨਾਂ 'ਚ ਲੱਗੀ ਨਹੀਂ ਗੀ, ਕਿਉਂਕਿ ਖਾਨਦਾਨੀ ਬੰਦਾ ਇਹ ਐਡੀ ਜਲਦਬਾਜ਼ੀ 'ਚ ਇਹੋ ਜਿਹੇ ਬਿਆਨ ਨਹੀਂ ਦਿੰਦਾ ਕਿ ਜਿਹਦੇ ਘਰੇ ਕੋਈ ਮੈਂਬਰੀ ਸਰਪੰਚੀ ਨੰਬਰਦਾਰੀ ਰਹੀ ਹੋਵੇ। ਉਹ ਠਰਮੇ ਵਾਲਾ ਬੰਦਾ ਹੁੰਦਾ ਗਾ, ਉਹਨੇ ਇੱਕ ਸਵਾਲ ਦਾ ਜਵਾਬ ਨਾ ਉਹਨੇ ਰੋਕ ਕੇ ਦੇਣਾ ਗਾ ਤੇ ਬਿਲਕੁਲ ਵਾਜਬ ਦੇਣਾ ਵੀ ਕੱਲ ਨੂੰ ਆਪਾਂ ਨੂੰ ਇਹ ਗੱਲ ਦੇਣੀ ਨਾ ਆਵੇ। ਕਿਉਂਕਿ ਉਹਦੇ ਮੈਨੂੰ ਨਹੀਂ ਲੱਗਦਾ ਉਹਦੇ ਖਾਨਦਾਨ 'ਚ ਕੋਈ ਨੰਬਰਦਾਰੀ ਮੈਂਬਰੀ ਸਰਪੰਚੀ ਆਈ ਹੋਊਗੀ, ਜਾਂ ਕੋਈ ਉਹ ਕੱਲ ਨੂੰ ਮੈਂਬਰ ਨੰਬਰਦਾਰ ਜਾਂ ਸਰਪੰਚ ਬਣ ਜੇ। ਉਹ ਪਿੰਡ 'ਚ ਹੀ ਉੱਠ ਕੇ ਦਿਖਾਵੇ, ਮੈਂਬਰ ਜਾਂ ਸਰਪੰਚ ਉੱਠ ਕੇ ਦਿਖਾਵੇ, ਉਦੋਂ ਬਾਅਦ ਫਿਰ ਸਾਡੇ ਨਾਲ ਗੱਲ ਕਰੇ ਵੀ ਬਾਕੀ ਇਹ ਇਮਾਨਦਾਰ ਹੈ ਜਾਂ ਕੀ ਗੱਲਬਾਤ। ਸਾਰੇ ਇੱਕੇ ਤੱਕੜੀ ਤੋਲਦੇ ਨੇ, ਬਹੁਤ ਗਲਤ ਹੈ। ਸਾਰੇ ਆਪਾਂ ਲੀਡਰਾਂ ਨੂੰ ਕਹਿ ਦਈਏ ਮਾੜੇ ਆ, ਹੁਣ ਆਮ ਆਦਮੀ ਪਾਰਟੀ 'ਚ ਐਮਐਲਏ ਆਪਾਂ ਸਾਰਿਆਂ ਨੂੰ ਕਹਿ ਦਈਏ ਮਾੜੇ ਆ, ਤਾਂ ਗਲਤ ਆਪਾਂ। ਉਹ ਚੰਗੇ ਵੀ ਕੁਛ ਚਿਹਰੇ ਹੈਗੇ, ਮਾੜੇ ਵੀ ਕੁਛ ਚਿਹਰੇ ਹੈਗੇ। ਸੋ ਸਾਰਿਆਂ ਨੂੰ ਇੱਕੇ ਤੱਕੜੀ ਤੋਲਣਾ ਮੈਂ ਤਾਂ ਕਹਿੰਦਾ ਬਿਲਕੁਲ ਗਲਤ ਆ ਉਹਦੇ ਲਈ। ਤੇ ਫੇਮ ਭਾਲਦੀ ਹੈ ਪਤੀ ਆਪਾਂ ਨੂੰ, ਕਿਉਂਕਿ ਸਾਡਾ ਬੋਲਣ ਨੂੰ ਜੀ ਤਾਂ ਨਹੀਂ ਕਰਦਾ ਸੀ। ਜੇ ਅਸੀਂ ਉਹਦੇ ਉਲਟ ਵੀ ਬੋਲਦੇ ਸਮਾਂ ਦੀ, ਉਹਦੀ ਤਾਂ ਪਪੂਲੈਰਿਟੀ ਜ਼ਿਆਦਾ ਹੋਣੀ ਹੈ ਨਾ। ਪਰ ਕਿਤੇ ਕਿਤੇ ਐਂ ਲੱਗਦਾ ਇਹ ਇਮਾਨਦਾਰ ਬੰਦੇ ਜੇ ਆਪਾਂ ਵੀ ਨਾ ਬੋਲੇ, ਫਿਰ ਜੇ ਘਰੇ ਬਹਿ ਕੇ ਫਿਰ ਤਾਂ ਗੱਲਾਂ ਫਿਰ ਤਾਂ ਮਾੜੇ ਬੰਦੇ ਮੂਹਰੇ ਆ ਹੀ ਜਾਣਗੇ ਸਮਾਜ 'ਚ। ਇਹ ਗੱਲਬਾਤ ਆ ਜੀ। ਤੁਸੀਂ ਕਿਹਾ ਵੀ ਤੁਸੀਂ ਲੀਡਰ ਨਹੀਂ ਮੰਨਦੇ ਹੋ ਉਹਨੂੰ, ਪਰ ਉਹ ਕਹਿੰਦੇ ਵੀ ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਪੂਰਾ ਯੋਗਦਾਨ ਦਿੱਤਾ। ਉਹ ਪੁਰਾਣੀਆਂ ਉਹਨਾਂ ਦੀਆਂ ਇੰਟਰਵਿਊਜ਼ ਵੀ ਪਈਆਂ, ਉੱਥੇ ਉਹ ਪੂਰਾ ਜਿਹੜਾ ਹੈਗਾ ਉੱਥੇ ਆਪਦੀ ਉੱਥੇ ਸੇਵਾ ਨਿਭਾਉਂਦੇ ਰਹੇ ਹੈ ਕਿਸਾਨੀ ਸੰਘਰਸ਼ ਦੇ ਵਿੱਚ। ਉਦੋਂ ਬਾਅਦ ਵੀ ਪੰਜਾਬ ਦੇ ਕਈ ਮਾਮਲਿਆਂ ਦੇ ਉੱਪਰ ਉਹ ਅਕਸਰ ਜਿਹੜਾ ਬੋਲਦੇ ਰਹਿੰਦੇ ਨੇ। ਇਹਦੇ ਤੁਸੀਂ ਕੀ ਕਹੋਗੇ? ਨਹੀਂ ਜੀ, ਕਈ ਹੁੰਦੇ ਆ ਨਾ ਚਿਹਰੇ, ਤੁਹਾਨੂੰ ਦੱਸਦਾ, ਉੱਥੇ ਜਾ ਕੇ ਫੋਟੋ ਪਾ ਦੇਣੀ। ਹੁਣ ਉੱਥੇ ਕਿਸਾਨ ਸਾਰੇ ਉੱਥੇ ਬੈਠੇ ਰਹੇ, ਡੇਲੀ ਕੋਈ ਕਿਸਾਨ ਫੋਟੋ ਤਾਂ ਨਹੀਂ ਪਾਉਂਦਾ ਰਿਹਾ। ਸਾਲ ਡਿਊਟੀ ਲਾਤੀ ਜੀ ਉਹਨਾਂ ਨੇ, ਕਿਤੇ ਇੱਕ ਦਿਨ ਵੀ ਫੋਟੋ ਨਹੀਂ। ਇਹਨਾਂ ਨੇ ਕੀ ਕਰਨਾ, ਕੋਈ ਲੰਗਰ ਚੱਲੀ ਜਾਂਦਾ, ਇੱਕ ਬਾਲਟੀ ਚੱਕਰੀ, 2 ਬੰਦਿਆਂ ਨੂੰ ਰੋਟੀ ਸਬਜ਼ੀ ਪਾਤੀ, ਹਾਂਜੀ ਮੈਂ ਇੱਥੇ ਡਿਊਟੀ ਲਾ ਰਹੇ। ਅਸੀਂ ਕਈ ਚਿਹਰੇ ਦੇਖੇ ਜੀ, ਮੌੜ ਹਲਕੇ ਤੋਂ ਦੇਖੇ ਹੈਗੇ, ਜਿਨ੍ਹਾਂ ਨੇ 2 ਦਿਨ ਜਾ ਕੇ ਤੇ ਸ਼ੋਅ ਐਂ ਕਰਤਾ ਵੀ ਸਾਲ ਅਸੀਂ ਉੱਥੇ ਬੈਠੇ ਰਹੇ ਹਾਂ ਜੀ। ਕਿਉਂਕਿ ਉਹ ਨਾਮ ਖੱਟਣ ਦੀ ਗੱਲ ਹੈ। ਇਹੋ ਜਿਹੇ ਚਿਹਰੇ ਵੀ ਹੈਗੇ ਜਿਹੜੇ ਸੋਸ਼ਲ ਮੀਡੀਆ ਤੇ ਆਏ ਤੱਕ ਨਹੀਂ। ਅਸਲ 'ਚ ਉੱਥੇ ਕੌਣ ਬੈਠਾ ਰਿਹਾ? ਅਸਲ 'ਚ ਸੱਚੇ ਕਿਸਾਨ ਬੈਠੇ ਰਹੇ ਆ ਜੀ, ਜਿਨ੍ਹਾਂ ਨੇ ਇੱਕ ਫੋਟੋ ਵੀ ਉੱਥੇ ਵਾਇਰਲ ਨਹੀਂ। ਲੀਡਰ ਨੇ ਪਾਉਣੀ ਹੁੰਦੀ ਫੋਟੋ ਜਾ ਕੇ ਇਕੱਲੀ, ਤੇ ਕਿਸਾਨ ਨੂੰ ਹੁੰਦਾ ਵੀ ਆਪਣੇ ਮਸਲਿਆਂ ਦਾ ਕੀ ਬਣਨਾ ਗਾ। ਉਹਨਾਂ ਨੇ ਨਹੀਂ ਇਹ ਗੱਲਬਾਤ ਦਾ ਧਿਆਨ ਰੱਖਣਾ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਤੇ ਪਾਉਣੀ ਆ ਫੋਟੋ, ਨਹੀਂ ਪਾਉਣੀ। ਜਿਹੜੇ ਕਿਸਾਨ ਆ ਸਹੀ ਮੈਨੇ ਤੁਹਾਨੂੰ ਸੋਸ਼ਲ ਮੀਡੀਆ ਬਾਰੇ ਪਤਾ ਹੀ ਨਹੀਂਗਾ। ਜਿਹੜੇ ਸਾਡੇ ਬਜ਼ੁਰਗ ਉੱਥੇ ਧਰਨਿਆਂ ਤੇ ਬੈਠੇ ਰਹੇ ਸਾਲ, ਉਹਨਾਂ ਨੂੰ ਪਤਾ ਕਿੱਦਾਂ ਉਹਨਾਂ ਨੇ ਪ੍ਰਬੰਧ ਕੀਤਾ, ਕਿੱਦਾਂ ਕੀ ਕੀਤਾ। ਦੂਜੇ ਲੀਡਰਾਂ ਦੇ ਫੋਟੋਆਂ ਤੇ ਹੁੰਦਾ ਗਾ, ਇੱਕ ਦਿਨ ਬਾਗੇ ਗੱਡੀਆਂ ਲੈ ਕੇ ਉੱਥੇ 2 ਫੋਟੋਆਂ ਪਾਤੀਆਂ, ਬਸ ਆ ਗਏ ਵਾਪਸ। 4 ਦਿਨ ਆਪਾਂ ਘਰੇ ਬੰਦ ਰਹੋ, ਹਾਂਜੀ ਉੱਥੇ 6 ਦਿਨ ਲਾਏ, 7 ਦਿਨ ਲਾਏ। ਇਹ ਗੱਲਬਾਤ ਆ ਜੀ। ਉਹ ਬੀਬਾ ਦੀ ਗੱਲ ਸਾਨੂੰ ਕੋਈ ਚੰਗੀ ਨਹੀਂ ਲੱਗੇਗੀ, ਤੇ ਬਾਕੀ ਸਰਪੰਚ ਸਾਹਿਬ ਆਉਣ ਵਾਲੇ ਦਿਨਾਂ 'ਚ ਜਵਾਬ ਦੇ ਦੇਣਗੇ ਉਹਨਾਂ ਨੂੰ। ਇਹ ਗੱਲਬਾਤ ਆ ਜੀ। ਸਰਪੰਚ ਸਾਹਿਬ, ਤੁਸੀਂ ਕਿਹਾ ਵੀ ਸਾਨੂੰ ਇੱਕ ਟੈਗ ਦਾ ਹੁੰਦਾ ਹਨਾ, ਪਰ ਟੈਗ ਦਾ ਵੀ ਕੋਈ ਇੱਕ ਲਿਮਿਟ ਹੁੰਦੀ ਆ ਵੀ ਇੰਨੇ ਲੱਖਾਂ ਰੁਪਏ ਲਾ ਕੇ ਸਰਪੰਚ ਬਣਨਾ। ਇੱਕ ਗਾਣਾ ਵੀ ਹੈ, ਕਹਿੰਦੇ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ, ਹਨਾ? ਗਾਣਾ ਵੀ ਬਣ ਗਿਆ ਇਸ ਗੱਲ ਤੇ। ਤਾਂ ਫਿਰ ਤੁਸੀਂ ਉਸ ਗਾਣੇ ਦੇ ਉੱਪਰ ਨਹੀਂ ਕੇਸ ਕੀਤਾ? ਸਰਕਾਰੀ ਪੈਸਾ ਤਾਂ ਮਤਲਬ ਹੀ ਨਹੀਂ ਜੀ ਖਾਣ ਨੂੰ। ਪ੍ਰੋਪਰ ਅਸੀਂ ਤਾਂ, ਮੇਰੇ ਕੋਲੇ ਤਾਂ ਹਜੇ 15-16 ਲੱਖ ਦੇਣ ਵਾਲਾ ਖੜਾ, ਜਿਹੜਾ ਕਿ ਫਰਮਾਂ ਦੇ ਪੈਸੇ ਦੇਣੇ ਆ। ਕੁਛ ਪੈਸੇ ਮੇਰਾ ਕੋਈ ਰਿਕਾਰਡ ਕਢਾ ਕੇ ਦੇਖ ਲੈ, ਮੈਂ ਬਿੱਲ ਹੀ ਨਹੀਂ ਪਾਏ। ਮੈਂ ਆਪ ਦੇ ਘਰੋਂ ਸੇਵਾ ਕਰਨੀ ਚਾਹੁੰਦਾ। ਜਿਹੜਾ ਬੰਦਾ ਸੇਵਾ ਕਰਨੀ ਚਾਹੁੰਦਾਗਾ ਉਹ ਕਦੇ ਸਰਕਾਰੀ ਪੈਸਾ ਨਹੀਂ ਖਾਂਦਾ। ਜਿਹੜਾ ਉਹ ਗੀਤ ਆ, ਉਦੋਂ ਅਸੀਂ ਬੱਚੇ ਹੁੰਦੇ ਸੀਗੇ ਜੀ, ਸਾਨੂੰ ਨਹੀਂ ਪਤਾ ਉਦੋਂ ਅਸੀਂ ਛੋਟੇ ਹੁੰਦੇ ਸੀ। ਹੁਣ ਫਿਰ ਉਸ ਗੀਤ ਦਾ ਸੋ ਮੋਟੋ ਲਓਗੇ? ਕਿਵੇਂ ਜੀ?
ਉਸ ਗੀਤ ਦਾ ਵੀ ਹੁਣ ਤੁਸੀਂ ਕੋਈ ਬਿਲਕੁਲ ਜੀ ਬਿਲਕੁਲ। ਜਿਹੜਾ ਕੋਈ ਇਸ ਤਰ੍ਹਾਂ ਪੰਚਾਇਤਾਂ ਕੋਈ ਵੀ ਹੁਣ ਪੰਚਾਇਤ ਦੇ ਖਿਲਾਫ ਜਾਂਦਾ ਅਸੀਂ ਜ਼ਰੂਰ ਆਵਾਜ਼ ਚੁੱਕਾਂਗੇ ਜੀ। ਤੇ ਸੋਨੀਆ ਮਾਨ ਨੂੰ ਹਾਲਾਂਕਿ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ 50% ਲੇਡੀਜ਼ ਵੀ ਆ ਸਰਪੰਚਾਂ ਦੇ ਵਿੱਚ। ਉਹਨਾਂ ਨੇ ਕੋਈ ਲੇਡੀਜ਼ ਦਾ ਧਿਆਨ ਨਹੀਂ ਰੱਖਿਆ, ਲੇਡੀਜ਼ ਨੂੰ ਵੀ ਉਸੇ ਰੱਸੀ ਰੱਖਿਆ ਜਿਹੜਾ ਜੈਂਟਸ ਨੂੰ ਰੱਖਿਆ। ਇਹਨਾਂ ਨੂੰ ਖਾਸ ਕਰਕੇ ਆਪ ਲੇਡੀਜ਼ ਹੋਣ ਦੇ ਨਾਤੇ ਲੇਡੀਜ਼ ਦਾ ਧਿਆਨ ਰੱਖਣਾ ਚਾਹੀਦਾ ਸੀ ਤੇ ਬਕਾਇਦਾ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸੀ। ਅੱਛਾ, ਤੁਸੀਂ 4 ਸਰਪੰਚ ਸਾਡੇ ਕੋਲ ਖੜੇ ਹੋ ਤੇ ਮੈਂ ਪੁੱਛਣਾ ਚਾਹੂੰਗੀ ਵੀ ਤੁਹਾਡੇ ਚੋਂ ਕਾਰਡ ਕਿਹਦਾ ਬਣਿਆ ਹੋਇਆ ਕਣਕ ਵਾਲਾ? ਕਿਉਂਕਿ ਉਹਨੇ ਇਸ ਗੱਲ ਤੇ ਬੜਾ ਸਟ੍ਰੈਸ ਦਿੱਤਾ ਵੀ ਇਹ ਗਰੀਬਾਂ ਦੀ ਕਣਕ ਖਾਂਦੇ ਨੇ। ਹੁਣ ਤੁਸੀਂ ਸੱਚੀ ਇਹ ਗੱਲ ਦੱਸੋ ਵੀ ਕਣਕ ਦਾ ਸਰਪੰਚ ਦਾ ਵੀ ਕਾਰਡ ਨਹੀਂ ਬਣਿਆ ਹੋਇਆ ਜੀ। ਤੁਹਾਨੂੰ ਮੈਂ ਇੱਕ ਦੱਸਦਾ, ਮੈਂ ਇੱਕ ਛੋਟੀ ਗੱਲ ਵੀ ਦੱਸਦਾ। ਮੇਰੇ ਕੋਲੇ ਕੋਈ ਪ੍ਰਾਪਰਟੀ ਨਹੀਂ ਹੈਗੀ, ਕੋਈ ਜ਼ਮੀਨ ਨਹੀਂ ਹੈਗੀ ਜੀ। ਹਾਂਜੀ, ਮੇਰਾ ਕਾਰਡ ਬਣਿਆ ਹੋਇਆ ਜੀ। ਜਿਹੜਾ ਹਾਂਜੀ ਜਿਹੜਾ ਸਾਰਾ ਸਰਕਾਰੀ ਕਣਕ ਖਾ ਰਹੇ ਹੋ? ਹਾਂ, ਖਾ ਰਹੇ ਹਾਂ ਜੀ, ਕਿਉਂਕਿ ਮੈਂ ਕਿਹੜਾ ਮੁਲਾਜ਼ਮ ਆ ਜੀ, ਮੈਨੂੰ ਮਿਲਦੀ ਆ ਜੀ। ਮੈਂ ਉਸ ਤੋਂ ਜਿਹੜੇ ਪ੍ਰੂਫਾਂ ਸਹੀ ਆ ਜੀ। ਮੇਰੇ ਕੋਲੇ ਆਪਦਾ ਕੋਈ ਵਹੀਕਲ ਵੀ ਹੈ ਨਹੀਂਗਾ ਕਿ ਮੇਰੇ ਘਰੇ ਜਾ ਕੇ ਮੇਰੇ ਕੋਈ ਗੱਡੀ ਨਹੀਂ, ਮੇਰਾ ਆਪਦਾ ਘਰ ਨਹੀਂ ਹੈਗਾ ਜੀ। ਮੈਂ ਸੱਚ ਬੋਲਦਾ ਵੀ ਕਾਰਡ ਬਣਿਆ। ਪਰ ਮੈਨੂੰ ਲੱਗਦਾ ਵੈਸੇ ਵੀ ਤੁਸੀਂ ਉਹ SC ST ਕੈਟਾਗਰੀ ਹਾਂ ਐਸੀ ਚਾਹੁੰਦੇ ਹਾਂ। ਹਾਂਜੀ ਤੁਹਾਡਾ ਪਿੰਡ ਬੜਾ ਸੋਹਣਾ ਹੈ, ਰਾਏਖਾਨਾ ਮੈਂ ਦੇਖਿਆ ਸੀ। ਮੈਡਮ ਉਹ ਜਿਹੜੀ ਤੁਸੀਂ ਗੱਲ ਕੀਤੀ ਸਰਪੰਚੀ ਵਾਲੀ ਜੀ, ਉਹ ਇੱਕ ਦਿਲ ਦੇ ਤਮੰਨਾ ਵੀ ਹੁੰਦੀ ਸੇਵਾ ਕਰਨ ਦੀ ਜੀ। ਉਹ ਹੁੰਦਾ ਵੀ ਕਿਸੇ ਨਾ ਕਿਸੇ ਜਰੀਏ ਆਪਾਂ ਸੇਵਾ ਕਰੀਏ। ਤਾਂ ਕੋਈ ਮੁੱਦਾ ਹੋਵੇ ਸੇਵਾ ਕਰਨ ਦਾ ਤੇ ਐਵੇਂ ਦਾ ਕਰ ਨਹੀਂ ਸਕਦੇ, ਅੱਗੇ ਨਹੀਂ ਆ ਨਹੀਂ ਸਕਦੇ। ਕੋਈ ਪੁੱਛਦਾ ਤੂੰ ਕੌਣ ਆ, ਤਾਂ ਫਿਰ ਉਸੇ ਚਾਹੀ ਇਹ ਹੁੰਦਾ ਮਨ ਚ ਦੁੱਖ ਹੋਇਆ ਨਾ ਜੀ ਤੁਹਾਡੇ ਤੇ ਇਸ ਤਰ੍ਹਾਂ ਸਵਾਲ ਨਾਲ ਕੰਮ ਕੀਤੇ, ਇੰਨਾ ਇਮਾਨਦਾਰੀ ਨਾਲ ਕੰਮ ਕੀਤੇ। ਇੱਕੋ ਪਤਾ ਨਹੀਂ ਕੌਣ ਮੈਂ ਤਾਂ ਉਹ ਦਾਵਾ ਕਰ ਰਹੇ ਨੇ, ਉਹ ਦਾਵਾ ਕਰ ਰਹੇ ਨੇ ਕਿ ਸਰਪੰਚ ਚੋਰ ਨੇ। ਨਹੀਂ, ਉਹ ਦਾਵਾ ਕਰ ਰਹੇ ਆ। ਉਹ ਅੱਜ ਦੀ ਘੜੀ ਮੈਂਟਲੀ ਅਪਸੈਟ ਆਈ। ਕਿਉਂ? ਉਹ ਧਰਨਿਆਂ ਤੇ ਜਾ ਕੇ ਵੀ ਧਰਨਿਆਂ ਤੇ ਉਹਨਾਂ ਨੂੰ ਦਵਾਈ ਦਵਾਉਣ ਵਾਲੀ ਹੈ ਜੀ, ਮੈਂਟਲੀ ਅਪਸੈਟ ਆ ਉਹ ਧਰਨਿਆਂ ਤੇ ਜਾ ਕੇ ਲੀਡਰੀ ਭਾਲਦੀ ਸੀਗੀ, ਉਹਨੂੰ ਮਿਲੀ ਨਹੀਂ ਜੀ। ਹੁਣ ਕੀ ਹੈ ਜੀ, ਉਹ ਇੱਕ ਕੀ ਸੀਗਾ, ਪਿੱਛੇ ਜੇ ਪੰਚਾਇਤਾਂ ਭੰਗ ਕਰਤੀਆਂ ਸੀਗੀਆਂ, ਭੰਗ ਕਰਤੀਆਂ ਪੰਚਾਇਤਾਂ ਦੁਬਾਰਾ ਬਹਾਲ ਹੋ ਗਈਆਂ ਜੀ। ਹੁਣ ਕੀ ਸੀਗਾ ਜੋ ਵੀ ਸਰਕਾਰ ਤੋਂ ਵਾਹ ਘਟਣਾ ਚਾਹੁੰਦੀ ਸੀ ਵੀ ਮੈਂ ਸਰਪੰਚਾਂ ਦੇ ਵਿਰੁੱਧ ਬੋਲੀ ਜੀ। ਕੀ ਆ ਵੀ ਮੈਨੂੰ ਕੋਈ ਅਹੁਦੇ ਹੀ ਦੇਣ ਚੱਕ ਕੇ ਮੁੱਖ ਮੰਤਰੀ ਸਾਹਿਬ। ਨਹੀਂ ਬੀਬਾ ਜੀ, ਇਸ ਤਰ੍ਹਾਂ ਅਹੁਦੇ ਨਹੀਂ ਮਿਲਦੇ ਹੁੰਦੇ। ਆਪਦੀ ਜ਼ਬਾਨ ਤੇ ਮਾੜਾ ਮੋਟਾ ਲਗਾਮ ਰੱਖੋ। ਸਾਨੂੰ ਜਿੱਥੇ ਤੱਕ ਜਾਣਾ ਅਸੀਂ ਕੋਰਟ ਵੀ ਜਾਵਾਂਗੇ ਜੀ। ਅਸੀਂ ਆਪ ਜਿਹੜਾ ਸਾਡੇ ਜਿਹੜੇ ਗਲਤ ਇਲਜ਼ਾਮ ਲਾ ਰਹੀ ਆ, ਅਸੀਂ ਦਿਖਾਵਾਂਗੇ ਵੀ ਅਸੀਂ ਕੀ ਆ। ਅਸੀਂ ਕੋਰਟ ਦੇ ਵਿੱਚ ਜਾਣ ਦਾ ਪਿੱਛੇ ਤੁਹਾਡਾ ਕੀ ਰਹੂਗਾ? ਕੋਈ ਤੁਸੀਂ ਉਹਨਾਂ ਦੇ ਉੱਪਰ ਜਿੱਦਾਂ ਡੈਫਾਮੇਸ਼ਨ ਹੁੰਦੀ ਹੈ, ਕੋਈ ਕ੍ਰਿਮੀਨਲ ਕਰਨਾ ਚਾਹੁੰਦੇ ਹੋ, ਸਿਵਲ ਕਰਨਾ ਚਾਹੁੰਦੇ ਹੋ, ਕੋਈ ਉਹਨਾਂ ਦੇ ਉੱਪਰ ਤੁਸੀਂ ਮਤਲਬ ਕੋਈ ਪੈਸਿਆਂ ਦਾ ਤੁਸੀਂ ਉਹਨਾਂ ਦੇ ਉੱਪਰ ਠੋਕੋਗੇ? ਪਹਿਲਾਂ ਤਾਂ ਅਸੀਂ ਇੱਕ ਵਾਰੀ SSP ਨੂੰ ਦਰਖਾਸਤ ਦੇਵਾਂਗੇ ਜੀ। ਦੇਖੋ SSP ਸਾਹਿਬ ਕੀ ਕਰਦੇ ਆ। ਹਾਂ, ਕ੍ਰਿਮੀਨਲ ਕੇਸ ਬਣਦਾ ਉਹ ਕਰਾਵਾਂਗੇ। ਉਸ ਤੋਂ ਬਾਅਦ ਅਸੀਂ ਜੇ ਸਾਨੂੰ ਇੱਥੋਂ ਨਹੀਂ ਕੋਈ ਤਾਂ ਅਸੀਂ ਕੋਰਟ ਵੀ ਜਾਵਾਂਗੇ ਜੀ। ਜੋ ਬਣਦੀ ਉਹ ਵੀ ਕਾਰਵਾਈ। ਸੋਚਿਆ ਫਿਰ ਤੁਸੀਂ ਕਿੰਨੇ ਪੈਸਿਆਂ ਦੀ ਉਹਨਾਂ ਦੇ ਉੱਪਰ ਮਾਨਹਾਨੀ ਕਰਨੀ ਹੈਗੀ ਆ? ਉਹ ਹਜੇ ਅਸੀਂ ਉਸ ਵੇਲੇ ਤੇ ਸਾਡੀ ਮੀਟਿੰਗ ਨਹੀਂ ਹੋਈ। ਅੱਜ ਅਸੀਂ ਵੈਸੇ ਤਾਂ ਇੱਥੇ ਮੀਟਿੰਗ ਰੱਖਣੀ ਸੀਗੀ, ਅੱਜ ਛੁੱਟੀ ਹੋਣ ਕਾਰਨ ਸਾਰੇ ਸਰਪੰਚ ਆਏ ਨਹੀਂ, ਕਿਉਂਕਿ SSP ਸਾਹਿਬ ਨੇ ਮਿਲਣਾ ਨਹੀਂ ਸੀਗਾ। ਇਸੇ ਕਰਕੇ ਅੱਜ ਅਸੀਂ ਥੋੜਾ ਜਿਹਾ ਮੁੱਦਾ ਕੱਲ੍ਹ ਤੇ ਰੱਖਤਾ ਜੀ। ਤੁਹਾਡੇ ਇੱਕ ਹੋਰ ਤੁਹਾਡੀ ਜੋ ਐਸੋਸੀਏਸ਼ਨ ਹੈਗੀ ਹੈ ਸਰਪੰਚਿਸ ਦੀ, ਉਹਨਾਂ ਦੇ ਜਿਹੜੇ ਮੌਤਬਰ ਨੇ ਉਹਨਾਂ ਨੇ ਵੀ ਇੰਟਰਵਿਊ ਦਿੱਤਾ ਹੈਗਾ ਅਤੇ ਉਹ ਉਹਨਾਂ ਦੀ ਇਹ ਮੰਗ ਹੈ ਵੀ ਜਾਂ ਤਾਂ ਉਹ ਮਾਫੀ ਮੰਗ ਲਵੇ ਸਰਪੰਚਾਂ ਤੋਂ ਤੇ ਜਾਂ ਫਿਰ ਅਸੀਂ ਮਾਨਹਾਨੀ ਉਹਦੇ ਤੇ ਕਰੋਗੇ। ਫਿਰ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਬਸ ਉਹਨਾਂ ਦੇ ਉੱਪਰ ਕੇਸ ਹੀ ਹੋਵੇ? ਨਹੀਂ ਜੀ, ਅਗਰ ਜੋ ਮਾਫੀ ਮੰਗਦੇ ਆ ਜਨਤਕ ਤੌਰ ਤੇ ਤਾਂ ਚਲੋ ਕੋਈ ਨਹੀਂ, ਮਾਫੀ ਵੀ ਦਿੱਤੀ ਜਾ ਸਕਦੀ ਆ। ਪਰ ਜੇ ਉਹ ਨਹੀਂ ਮਾਫੀ ਮੰਗਦੇ ਤਾਂ ਫਿਰ ਅਸੀਂ ਕੋਰਟ ਤੱਕ ਵੀ ਜਾਵਾਂਗੇ। ਜੋ ਵੀ ਸਾਥ ਹੋਇਆ ਅਸੀਂ ਸਭ ਕਰਾਂਗੇ। ਸਰਪੰਚ ਸਾਹਿਬ, ਜਿਵੇਂ ਕਈ ਸਰਪੰਚਾਂ ਦੇ ਉੱਪਰ ਸਵਾਲ ਵੀ ਉੱਠਦੇ ਔਰ ਕਈਆਂ ਦੇ ਕੇਸ ਵੀ ਬਾਹਰ ਆਏ ਨੇ ਕਿ ਉਹਨਾਂ ਨੇ ਕਰਪਸ਼ਨ ਕੀਤੀ ਹੈ, ਹਨਾ। ਔਰ ਕਈ ਸਰਪੰਚ ਜਿਹੜੇ ਨੇ ਉਹ ਉਹਨਾਂ ਨੇ ਕਰਪਸ਼ਨ ਕਰਨ ਤੋਂ ਉਹਨਾਂ ਨੇ ਗੁਰੇਜ਼ ਵੀ ਕੀਤੀ ਹੈ। ਜਿਸ ਤਰ੍ਹਾਂ ਆਪਣੇ ਹੀ ਏਰੀਆ ਦਾ ਘੁੱਦੇ ਪਿੰਡ ਦੇ ਸਰਪੰਚ ਦਾ ਕੇਸ ਸਾਹਮਣੇ ਆਇਆ ਸੀ। ਇੱਥੇ ਉਹ ਇੱਕ ਜਿਹੜੇ MLA ਆ ਮੌਜੂਦਾ ਪਾਰਟੀ ਦੇ, ਤਾਂ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਇਹ ਸਾਡੇ ਤੋਂ ਪੈਸਾ ਮੰਗਦੇ ਨੇ। ਤਾਂ ਹੋ ਸਕਦਾ ਹੈ ਵੀ ਉਹਨਾਂ ਨੂੰ ਹੀ ਕਿਹਾ ਹੋਵੇ ਕਿ ਜਿਹੜੇ ਕਰਪਟ ਸਰਪੰਚ ਨੇ ਜਾਂ ਜਿਹੜੇ ਕਰਪਸ਼ਨ ਕਰਦੇ ਨੇ, ਪਰ ਤੁਸੀਂ ਜਿਹੜਾ ਹੈਗਾ ਸਾਰੇ ਸਰਪੰਚਾਂ ਨੂੰ ਮਤਲਬ ਇਹਦੇ ਵਿੱਚ ਲੈ ਰਹੇ ਹੋ। ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਉਹਨੇ ਸਾਰੇ ਸਰਪੰਚਾਂ ਨੂੰ ਹੀ ਕਿਹਾ? ਹਾਂਜੀ, ਵੈਸੇ ਪਤਾ ਕੀ ਹੈ ਮੈਡਮ, ਅੱਜ ਦੀ ਘੜੀ ਮੈਨੂੰ ਤਾਂ ਨਹੀਂ ਕੋਈ ਲੱਗਦਾ ਵੀ ਕੋਈ ਕਰਪਟ ਕਰ ਲੂਗਾ, ਹਨਾ ਜੀ। ਕਿਉਂਕਿ ਅੱਜ ਦੀ ਜਿਹੜਾ ਸਿਸਟਮ ਸਰਕਾਰ ਹੈ ਉਹ ਜ਼ਿਆਦਾ ਸਖਤ ਨਹੀਂ, ਜਿਹੜੇ ਸਿਸਟਮ ਹੀ ਇਹੋ ਜਿਹਾ ਹੋ ਗਿਆ ਜੀ। ਕਿਉਂਕਿ ਸਾਰਾ ਆਨਲਾਈਨ ਸਿਸਟਮ ਆ, ਸਾਰੇ ਫਰਮਾਂ ਦੇ ਪੈਸੇ ਫਰਮਾਂ ਦੇ ਖਾਤੇ ਜਾਣੇ ਆ। ਕੋਈ ਸਮਾਂ ਦੀ ਮੈਂ ਤਾਂ ਇਹ ਕਹਿਣਾ ਵੀ ਅੱਜ ਦੀ ਘੜੀ ਤਾਂ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮਟੀਰੀਅਲ ਦਾ ਰੇਟ ਆ, ਮਟੀਰੀਅਲ ਦਾ ਰੇਟ ਜਿਹੜਾ ਸਾਨੂੰ ਸਰਕਾਰੀ ਰੇਟ 70 ਰੁਪਏ ਮਿਲਦਾ ਜੀ, ਸੌਰੀ 82 ਰੁਪਏ ਮਿਲਦਾ ਜੀ, ਤੇ ਮਿਲਦਾ 110-12 ਰੁਪਏ ਬਰੇਤੀ ਜੀ, ਬਰੇਤੀ ਮਾਰਕੀਟ ਰੇਟ। ਤਾਂ ਸਾਨੂੰ 30-35 ਪੱਲਿਓਂ ਪੈਂਦੇ ਆ, ਤੇ ਫਿਰ ਕਰਪਸ਼ਨ ਅਸੀਂ ਕਿਵੇਂ ਕਰ ਲਾਂਗੇ ਜੀ? ਤੁਸੀਂ ਆਪਦੀ ਇਲੈਕਸ਼ਨ ਤੇ ਕਿੰਨਾ ਪੈਸਾ ਲਾਇਆ ਸੀ ਜੀ? ਮੈਂ ਤਾਂ ਕੋਈ ਜ਼ਿਆਦਾ ਨਹੀਂ, 2-2.5 ਲੱਖ ਰੁਪਏ ਲਾਇਆ ਸੀ। 2-2.5 ਲੱਖ ਰੁਪਏ? ਹਾਂਜੀ ਹਾਂਜੀ ਹਾਂਜੀ। ਤੁਸੀਂ ਸੇਵਾ ਪਿੱਛੇ ਲਾਇਆ ਪੈਸਾ? ਹਾਂਜੀ ਹਾਂਜੀ। ਉਹ ਕੋਈ ਐ ਨਹੀਂ, ਉਹ ਕੋਈ ਕਿਸੇ ਨੂੰ ਵੰਡਿਆ ਨਹੀਂ ਹੈਗਾ ਜੀ। ਉਹ ਬਸ ਜਿਵੇਂ ਹੁਣ ਆਪਾਂ ਬਾਅਦ ਦੇ ਵਿੱਚ ਇੱਕ ਤਾਂ ਗੁਰੂ ਘਰ ਦੇ ਵਿੱਚ ਕੰਮ ਕੀ ਕਰਦੇ ਹੋ ਵੈਸੇ? ਵੈਸੇ ਤਾਂ ਜੀ ਮੈਂ ਖੇਤੀਬਾੜੀ ਕਰਦਾ ਜੀ। ਖੇਤੀਬਾੜੀ ਕਿੰਨਾ ਵਾਹਨ ਹੈ ਤੁਹਾਡੇ ਕੋਲ? ਵਾਹਨ ਤਾਂ ਮੇਰੇ ਕੋਲ 1.5 ਕਿੱਲਾ ਜੀ। ਤੇ 1.5 ਕਿੱਲਾ ਜਿਹਦੇ ਕੋਲੇ ਵਾਹਨ, ਉਹਨੇ 2.5 ਲੱਖ ਇਲੈਕਸ਼ਨ ਦੇ ਉੱਪਰ ਲਗਾਤਾ, ਤੇ ਇਹ ਗੱਲ ਥੋੜੀ ਜੀ ਲੱਗ ਜੇ ਨਹੀਂ ਰਹੀ ਹੈਗੀ ਅਸੂਲ ਹੈ? ਉਹ ਜੀ ਇੱਕ ਤਾਂ ਕੀ ਹੈ, ਮੈਂ ਗੁਰੂ ਘਰ ਅਖੰਡ ਪਾਠ ਸਾਹਿਬ ਕਰਵਾਈ, ਉੱਥੇ ਪੈਸੇ ਲੱਗੇ ਜੀ, ਕਿਸੇ ਨੂੰ ਪੈਸੇ ਨਹੀਂ ਵੰਡੇ ਹੈਗੇ ਜੀ। ਤੇ ਬਾਕੀ ਜਿਹੜਾ ਵੀ ਕੀ ਸੀਗਾ ਕੁਛ ਇਸ ਤਰ੍ਹਾਂ ਲੱਗੇ ਜਿਵੇਂ ਹੁਣ
ਜਿਵੇਂ ਹੁਣ ਪਹਿਲਾਂ ਤੋਂ ਮੈਂ ਕੀ ਸੀਗਾ ਇਸੇ ਸੇਵਾ ਦੇ ਵਿੱਚ ਸੇਵਾ ਕਰਨਾ ਚਾਹੁੰਦਾ ਸੀ, ਉਸੇ ਤਰ੍ਹਾਂ ਮੈਂ ਸੇਵਾ ਕੀਤੀ ਜੀ ਉਹ ਪੈਸਿਆਂ ਨਾਲ। ਕੋਈ ਕਿਸੇ ਨੂੰ ਪੈਸੇ ਗਰੀਬ ਨੂੰ ਪੈਸੇ ਨਹੀਂ ਦਿੱਤੇ, ਕੁਝ ਨਹੀਂ ਕੀਤਾ। ਉਹ ਪੈਸੇ ਜਿਹੜੇ ਇਲੈਕਸ਼ਨ ਜਿੱਤਣ ਤੋਂ ਬਾਅਦ ਲਾਏ ਜੀ, ਪਹਿਲਾਂ ਨਹੀਂ ਲਾਏ ਗਏ ਜੀ। ਹਾਂਜੀ ਹਾਂਜੀ। ਤੁਸੀਂ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ, ਕੀ ਇਹਦੇ ਤੇ ਤੁਹਾਡੀ ਪ੍ਰਤੀਕਿਰਿਆ ਹੈ? ਮੇਰੀ ਪ੍ਰਤੀਕਿਰਿਆ ਇਹ ਹੈ ਜੀ, ਜਿਵੇਂ ਸਾਡੇ ਸੂਬਾ ਪ੍ਰਧਾਨ ਨੇ ਕਿਹਾ ਜੀ ਵੀ ਆਉਣ ਵਾਲੇ ਸਮੇਂ 'ਚ ਜੇ ਉਹ 2 ਦਿਨਾਂ 'ਚ 4 ਦਿਨਾਂ 'ਚ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਤੇ ਸਖਤ ਅਸੀਂ ਕਾਰਵਾਈ ਕਰਾਵਾਂਗੇ। ਔਰ ਅਸੀਂ ਇਹ 100% ਕਹਿਣਾ ਵੀ ਚਾਹੁੰਦੇ ਆ ਵੀ ਉਹਨਾਂ ਦੇ ਪੂਰੀ ਜਿੰਨੀ ਸਾਡੀ ਵਾਹ ਲੱਗੀ ਅਸੀਂ ਉਨੀ ਵਾਹ ਲਾ ਕੇ ਉਹਨਾਂ ਤੇ ਕਾਰਵਾਈ ਕਰਾਵਾਂਗੇ। ਕਿਉਂਕਿ ਜਿਹੜੀ ਉਹਨਾਂ ਨੇ ਕਿਹਾ ਚੋਰ ਵਾਲੀ ਗੱਲ ਹੈ, ਬੇਸ਼ਰਮ ਵਾਲੀ ਗੱਲ ਹੈ, ਮੈਂ ਇੱਕ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਕੋਈ 60 ਸਾਲ ਦਾ 65 ਸਾਲ ਦਾ ਉਹ ਕਿਸ ਪਾਸਿਓਂ ਬੇਸ਼ਰਮ ਆ? ਉਹ ਇੱਕ ਵਾਰੀ ਦੱਸਣ ਤਾਂ ਸਹੀ ਕੀ ਬੇਸ਼ਰਮ ਆ ਉਹ। ਕਦੇ ਮੈਨੂੰ ਲੱਗਦਾ ਉਹਨਾਂ ਨੇ ਸਰਪੰਚ ਕੋਲੇ ਜਾ ਕੇ ਨਹੀਂ ਦੇਖਿਆ ਹੋਣਾ, ਕਦੇ ਗੱਲਬਾਤ ਹੀ ਨਹੀਂ ਕੀਤੀ ਹੋਣੀ। ਹੁਣ ਅਸੀਂ ਮੁੰਡੇ ਆ ਜੀ, ਮੰਨ ਲਓ ਅਸੀਂ ਜੰਗ ਆ ਸਾਡੀ ਉਮਰ, ਸਾਰੇ ਜਿੰਨੇ ਇੱਥੇ ਖੜੇ ਆ ਅਸੀਂ, ਤੇ ਸਾਡੇ ਪਿੰਡ 'ਚੋਂ ਜਾ ਕੇ ਤੁਸੀਂ ਪਤਾ ਕਰ ਲਓ ਵੀ ਕਿਹੋ ਜਿਹੇ ਮੁੰਡੇ ਆ, ਕੀ ਉਹਨਾਂ ਦਾ ਕਰੈਕਟਰ ਹੈਗਾ, ਕਿਸ ਤਰ੍ਹਾਂ ਉਹ ਚੱਲ ਰਹੇ ਆ, ਕਿਵੇਂ ਸਾਡੇ ਨਾਲ ਬਿਹੇਵੀਅਰ ਕਰਦੇ ਆ। ਕਿਉਂਕਿ ਕਈ ਵਾਰ ਨਾ ਸਾਡੇ ਕੋਲੇ ਪਿੰਡ ਦੇ ਇਹੋ ਜਿਹੇ ਮਸਲੇ ਆ ਜਾਂਦੇ ਆ ਵੀ ਜਿਹੜੇ ਸਾਨੂੰ ਛੁਪਾ ਕੇ ਰੱਖਣੇ ਪੈਂਦੇ ਆ। ਬਿਲਕੁਲ ਬਿਲਕੁਲ। ਇਹੋ ਜਿਹੇ ਮਸਲੇ ਹੁੰਦੇ ਜਿਨ੍ਹਾਂ ਨੂੰ ਅਸੀਂ ਸਾਰੀ ਉਮਰ ਜਨਤਕ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਜੇ ਮੰਨ ਲਓ ਸਾਡੇ ਤੇ ਇਹ ਗੱਲ ਹੋਵੇ ਅਸੀਂ ਤਾਂ ਕੱਲ ਨੂੰ ਉਹਨਾਂ ਨੂੰ ਦੱਸ ਦੇ ਕਰਗੇ ਵੀ ਯਾਰ ਆਹ ਫਲਾਣੇ ਦੀ ਆਹ ਗੱਲ ਸੀ, ਆਹ ਗੱਲ ਸੀ। ਦੇਖੋ ਇਹ ਜਿਹੜਾ ਉਹਨਾਂ ਨੇ ਮੰਨ ਲਓ ਕਿਹਾ, ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਸੰਦਰਭ ਦੇ ਵਿੱਚ ਕਿਹਾ, ਉਹ ਕੀ ਪਬਲਿਸਿਟੀ ਲੈਣਾ ਚਾਹੁੰਦੇ ਆ, ਪਬਲਿਸਿਟੀ ਲੈਣਾ ਚਾਹੁੰਦੇ ਹੈਗੇ। ਕਿਉਂਕਿ ਮੈਂ ਹੁਣ ਉਹਨਾਂ ਬਾਰੇ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਮੇਰੇ ਮੰਨ ਲਓ ਟੱਚ 'ਚ ਇਹੋ ਜਿਹੇ ਬੰਦੇ ਵੀ ਹੈ ਮੈਡਮ ਜਿਹੜੇ ਉਹਨਾਂ ਦਾ ਪਿਛੋਕੜ ਜਾਣਦੇ ਆ ਵੀ ਉਹਦੇ ਪਿਓ ਨੇ ਕੀ ਕਰਦਾ ਰਿਹਾ, ਉਹਦਾ ਪਿਓ ਠੀਕ ਹੈ, ਉਹਨੇ ਪਿਓ ਨੇ ਕਿੰਨੇ ਮੰਨ ਲਓ ਹੁਣ ਚਲੋ ਅਸੀਂ ਕਹਿਣਾ ਨਹੀਂ ਚਾਹੁੰਦੇ ਉਹ ਗੱਲਾਂ, ਕਿਉਂਕਿ ਅਸੀਂ ਮੋਹਤਬਾਰਾਂ ਜੇ ਇਹੋ ਜਿਹੀਆਂ ਗੱਲਾਂ ਅਸੀਂ ਉਹਦੇ ਬਰਾਬਰ ਕਹਿਣ ਲੱਗੇ ਤਾਂ ਫਿਰ ਸਾਡਾ ਮੋਹਤਬਰੀ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਤੇ ਅੰਦੋਲਨ ਦੇ ਵਿੱਚ ਵੀ ਜਾ ਕੇ ਦੇਖਿਆ ਆਪਾਂ, ਕਿਸਾਨ ਅੰਦੋਲਨ ਦੇ ਵਿੱਚੋਂ ਗਏ ਆ, ਠੀਕ ਹੈ। ਚੰਡੀਗੜ੍ਹ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਸੀ, ਉੱਥੋਂ ਆਪਦੇ ਏਰੀਏ 'ਚੋਂ ਬੰਦੇ ਇਕੱਠੇ ਕਰਕੇ ਆਪਦੀ ਪਬਲਿਸਿਟੀ ਵਾਸਤੇ ਉਹ ਲੈ ਕੇ ਗਏ। ਅਸੀਂ ਵੀ ਗਏ ਆ ਜੀ ਕੌਮੀ ਆਪਣਾ ਜਿਹੜਾ ਅੰਦੋਲਨ ਲੱਗਿਆ ਜੀ ਚੰਡੀਗੜ੍ਹ, ਉਹਦੇ ਵਿੱਚ ਅਸੀਂ ਵੀ ਗਏ ਆ, ਸਾਰੇ ਸਰਪੰਚ ਗਏ ਆ ਉੱਥੇ, ਬਿਲਕੁਲ ਗਏ ਆ, ਨਾਰਮਲ ਗਏ ਆ, ਆਪਦੀ ਸੇਵਾ ਭਾਵਨਾ ਦੇ ਨਾਲ ਗਏ ਆਂਗੇ। ਪਰ ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਇਹ ਪਬਲਿਸਿਟੀ ਤੁਹਾਨੂੰ ਨਹੀਂ ਮਿਲਦੀ, ਠੀਕ ਹੈ। ਜਿਹੜਾ ਤੁਹਾਡਾ ਆਪਦਾ ਕਿੱਤਾ, ਆਪਦਾ ਕੈਰੀਅਰ ਹੈ ਤੁਸੀਂ ਬਣਾ ਰੱਖਿਆ, ਉਹ ਕੈਰੀਅਰ 'ਚ ਜਾਓ। ਜਿਹੜਾ ਇਸ ਫੀਲਡ 'ਚ ਆਉਣਾ ਤੁਹਾਡੇ ਵਾਸਤੇ ਬਹੁਤ ਮੁਸ਼ਕਲ ਗੱਲ ਹੈ, ਨਾ ਤੁਸੀਂ ਅੱਜ ਅੱਪ ਹੋ ਸਕੋ ਕਿਉਂਕਿ ਤੁਹਾਡੇ 'ਚ ਸਹਿਣਸ਼ੀਲਤਾ ਹੀ ਨਹੀਂ ਹੈਗੀ। ਪਹਿਲੀ ਗੱਲ ਤਾਂ ਮੈਂ ਇੱਕ ਮੈਡਮ ਕਹਿਣਾ ਚਾਹੁੰਦਾ ਵੀ ਪਤਾ ਹੀ ਨਹੀਂ ਕੀ ਗੱਲ ਹੈ ਵੀ ਸਰਪੰਚਾਂ ਦੇ ਮਗਰ ਸਾਰੇ ਹੀ ਪੈ ਜਾਂਦੇ ਆ, ਪਤਾ ਨਹੀਂ ਕੀ ਗੱਲ ਆ, ਹੈ ਨਾ ਜੀ, ਹੱਥ ਧੋ ਕੇ ਪੈਂਦਾ, ਇਹ ਤਾਂ ਕਰਪਟ ਹੈ। ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਹੁਣ ਸਿਸਟਮ ਇਹੋ ਜਿਹਾ ਹੈਗਾ, ਸਾਡੇ ਮੰਨ ਲਓ ADC ਸਾਹਿਬ ਹੈ, ਠੀਕ ਹੈ ਜੀ, ਫਿਰ ਮੰਨ ਲਓ ਇੱਥੇ ਸੈਕਟਰੀ ਸਾਹਿਬ ਹੈਗੇ, ਜ਼ਿਲ੍ਹਾ ਪ੍ਰੀਸ਼ਦ ਸੈਕਟਰੀ ਸਾਹਿਬ, BDPO ਸਾਹਿਬ ਹੋ ਗਏ, JE ਸਾਹਿਬ ਹੋ ਗਏ, ਪੂਰੀ ਇੰਟਰਵਿਊ ਹੁੰਦੀ ਉਹਨਾਂ ਦੇ। ਹਾਂਜੀ ਹਾਂਜੀ, ਤੇ ਆਪਣੇ ਸੈਕਟਰੀ ਸਾਹਿਬ ਹੋ ਗਏ ਜੀ, ਸੁਪਰਡੈਂਟ ਸਾਹਿਬ ਹੋ ਗਏ। ਜਿੰਨਾ ਪੰਚਾਇਤਾਂ ਦਾ ਕੰਮ ਹੁੰਦਾ ਜੀ ਸਾਰਾ ਪ੍ਰੋਪਰ ਐਸਟੀਮੇਟ ਲੱਗ ਕੇ ਜਾਂਦਾ, ਐਸਟੀਮੇਟ ਲਾ ਕੇ ਵੀ ਇੱਥੇ ਤੁਹਾਡਾ ਇੰਨਾ ਖਰਚਾ ਆਉਣਾ, ਇੰਨਾ ਸੀਮੈਂਟ ਲੱਗਣਾ, ਇੰਨੀ ਬਰੇਤੀ ਲੱਗਣੀ ਹੈ। ਹੁਣ ਤਾਂ ਮੈਨੂੰ ਲੱਗਦਾ ਤੁਸੀਂ ਜਿਹੜੀਆਂ ਤੁਹਾਡੀ ਲਾਇਬ੍ਰੇਰੀ ਜਿਵੇਂ ਮਾਨਕ ਖਾਨਾ ਪਿੰਡ ਹੈ, ਜੋ ਉੱਥੇ ਤਾਂ ਈਵਨ ਤੁਹਾਡੇ ਵੀ ਪਿੰਡ ਦੇ ਵਿੱਚ ਪੂਰਾ ਵੇਰਵਾ ਲਿਖਿਆ ਹੋਇਆ ਵੀ ਕਿਹਦੀ ਕਿੰਨੀ ਪੈਨਸ਼ਨ ਹੈ, ਕਿਹੜੇ ਕੰਮ ਤੇ ਕਿੰਨਾ ਪੈਸਾ ਖਰਚ ਹੋ ਰਿਹਾ ਹੈ। ਇੱਕ ਮੈਂ ਮੰਨ ਲਓ ਜੀ ਇਹ ਪ੍ਰੋਪਰ ਸਾਰਾ ਐਸਟੀਮੇਟ ਲੱਗ ਕੇ ਕੰਮ ਹੁੰਦੇ ਆ ਜੀ। ਆਨਲਾਈਨ ਪੇਮੈਂਟ ਹੁੰਦੀ ਹੈ, ਡੌਂਗਲਾਂ ਬਣੀਆਂ ਹੋਈਆਂ ਸਰਪੰਚ ਦੀ, BDO ਦੀ, ਸੈਕਟਰੀ ਦੀ, ਡੌਂਗਰ ਰਾਹੀਂ ਪੇਮੈਂਟ ਹੁੰਦੀ ਹੈ ਫਰਮਾਂ ਨੂੰ ਜਾਣੀ ਹੈ। ਪਰ ਜਿੰਨੇ ਹੁਣ ਸਰਪੰਚ ਬਣਿਆ ਦੇਖੋ DC ਰੇਟ ਬਹੁਤ ਘੱਟ ਹੈ ਜੀ ਮਾਰਕੀਟ ਦੇ ਵਿੱਚ, ਬਰੇਤੀ ਦਾ ਹੋ ਗਿਆ, ਸੀਮੈਂਟ ਦਾ ਹੋ ਗਿਆ ਜੀ, ਸਾਰੇ ਸਰਪੰਚਾਂ ਦੇ ਪੱਲੇ ਹੀ ਮੰਨ ਲਓ ਖਰਚਾ ਹੋਇਆਗਾ। ਤੁਸੀਂ ਅੱਜ ਮੈਂ ਇੱਕ ਦਾਅਵੇ ਨਾਲ ਕਹਿਣਾ, ਜੇ ਉਹ ਚੋਰ ਕਰਪਟ ਕਹਿ ਰਹੇ ਆ, ਜਿਹੜਾ ਪਹਿਲਾਂ ਚੈੱਕ ਵਾਲਾ ਸਿਸਟਮ ਹੁੰਦਾ ਸੀ, ਸਰਪੰਚ ਹੁੰਦੇ ਸੀ, ਆਪਾਂ ਉਹਨਾਂ ਬਾਰੇ ਕਹਿ ਨਹੀਂ ਸਕਦੇ, ਪਰ ਮੈਂ ਦਾਅਵੇ ਨਾਲ ਗੱਲ ਕਹਿਣਾ ਵੀ ਜਿੰਨੇ ਅਸੀਂ 4.5 ਸਾਲ ਸਰਪੰਚੀ ਕਰੀ ਹੈ, ਸਾਡਾ ਬਕਾਇਦਾ ਰਿਕਾਰਡ ਕਰਾ ਕੇ ਉਹ ਸਾਨੂੰ ਦੱਸਣ ਵੀ ਅਸੀਂ ਕਿੱਥੇ ਕਰਪਸ਼ਨ ਕੀਤੀ ਹੈ। ਅੱਛਾ ਸਰਪੰਚ ਸਾਹਿਬ, ਇੱਕ ਹੋਰ ਵੀ ਗੱਲ ਕਹਿੰਦੀ, ਉਹ ਕਹਿੰਦੀ ਜਿੰਨੀ ਮੇਰੀ ਚੱਲਦੀ ਆ, ਜਿੰਨੇ ਮੇਰੇ ਕੰਮ ਹੁੰਦੇ ਆ, ਉਹ ਇਹਨਾਂ ਦੇ ਨਹੀਂ ਹੁੰਦੇ ਹੈਗੇ, ਮੇਰੀ ਜ਼ਿਆਦਾ ਸੁਣਵਾਈ ਉਹ MLA ਦੇ ਵੀ ਨਹੀਂ ਹੁੰਦੇ, ਉਹ ਕਿਸੇ ਹੋਰ ਪੋਲੀਟੀਸ਼ੀਅਨ ਦੇ ਵੀ ਨਹੀਂ ਹੁੰਦੇ। ਤੁਸੀਂ ਕਹਿੰਦੇ ਹੋ ਕਿ ਉਹਦੀ ਬੀਬਾ ਤੇਰੀ ਜਿਹੜੀ ਪੋਲਿਟਿਕਸ ਆ ਉਹ ਚੱਲਣੀ ਨਹੀਂ ਹੈ। ਦੇਖੋ ਜੀ ਹੁਣ ਨਹੀਂ ਜੀ, ਉਹ ਬੋਲਦੀ ਹੈ, ਚੱਲਣ ਦਾ ਮਤਲਬ ਅਸੀਂ ਇਹ ਕਹਿ ਰਹੇ ਹਾਂ ਕਿਸੇ ਮਸਲੇ 'ਚ ਆ ਗਈ ਉਹ ਤਾਂ 2 ਦਿਨਾਂ 'ਚ ਜੁੰਡੀ ਕਰਾ ਦਿਆ ਕਰੂਗੀ, ਜਿਹੜੇ ਹਿਸਾਬ ਨਾਲ ਇੱਕ ਨੂੰ ਠਾਰਨਾ ਪੈਂਦਾ ਦੂਸਰਾ ਮੈਂ ਇੱਕ ਸਰਪੰਚ ਸਾਹਿਬ ਦੀ ਗੱਲ ਦਾ ਜਵਾਬ ਦਿੰਦਾ, ਜਦੋਂ ਤੁਸੀਂ ਕਿਹਾ ਵੀ ਕਿੱਲੇ ਸਵਾ ਕਿੱਲਾ 2.5 ਲੱਖ ਰੁਪਏ ਕਿਵੇਂ ਲਾ ਦੋ। ਇਹ 'ਚ ਮੈਡਮ ਇਹੋ ਜਿਹੀ ਗੱਲ ਹੁੰਦੀ, ਜਿਵੇਂ MLA ਵੀ ਉੱਠਦੇ ਆ, ਉਹਨਾਂ ਨੂੰ ਵੀ ਫੰਡ ਦਿੱਤੇ ਜਾਂਦੇ ਆ ਲੋਕਾਂ ਦੁਆਰਾ ਜਿਹੜੇ ਉਹਨਾਂ ਦੇ ਚਹੇਤੇ ਹੁੰਦੇ ਆ। ਜਿਵੇਂ ਮੈਂ ਆਪਣਾ ਕਹਿੰਦਾ ਵੀ ਮੇਰੇ ਤੇ 15 ਲੱਖ ਰੁਪਏ ਚੋਣ ਤੇ ਲੱਗਿਆ ਹੋਇਆ ਜੀ, ਠੀਕ ਹੈ ਜੀ, ਕਿਉਂਕਿ ਤੁਹਾਡੇ ਇਹੋ ਜਿਹੇ ਚਹੇਤੇ ਵੀ ਹੁੰਦੇ ਆ ਜਿਹੜੇ ਤੁਹਾਨੂੰ 50-50 ਲੱਖ ਰੁਪਏ ਦਿੰਦੇ ਆ, ਖੜਾ ਕਰਦੇ ਲੈ। ਹਾਂਜੀ ਹਾਂਜੀ, ਮੈਂ ਇਹਨਾਂ ਦੇ ਕੱਲ ਨੂੰ ਕੋਈ ਅਗਲਾ ਆਪਣੀ ਜੇ ਚੱਲੀ ਜਾਂਦੀ ਹੈ ਗੱਲਬਾਤ, ਅਗਲਾ ਕਿੱਲੇ ਵਾਲਾ 2.5 ਲੱਖ ਵੀ ਯਾਰ, ਇਹਦਾ ਜਵਾਬ ਇਹ ਹੁੰਦਾ ਜੀ ਚਹੇਤੇ ਬੰਦੇ ਹੁੰਦੇ ਜਿਹੜੇ 50-50 20-20 ਦੇਣ ਵਾਲੇ ਹੁੰਦੇ ਆ, ਉਹਨੂੰ ਪਤਾ ਹੁੰਦਾ ਸਮਾਜ 'ਚ ਆਪਾਂ ਇਹਨੂੰ ਅੱਗੇ ਲੈ ਕੇ ਯਾਰ ਪੈਸਾ ਭਾਵੇਂ ਆਪਣਾ ਲੱਗ ਜੇ ਵੀ ਇਹ ਪਿੰਡ ਦੀ ਭਲਾਈ ਲਈ ਸੋਚੂਗਾ। ਇਹ ਕਾਰਨ ਹੁੰਦਾ ਇਹਦੇ ਪਿੱਛੇ ਪੈਸਾ ਲੱਗਣ ਪਿੱਛੇ, ਇਹ ਨਹੀਂ ਕਾਰਨ ਹੁੰਦਾ ਵੀ ਕਈ ਵਾਰ ਇਹੋ ਜਿਹਾ ਵੀ ਸਿਸਟਮ ਕਿਸੇ ਕੋਲ ਕਿੱਲਾ ਜ਼ਮੀਨ ਵੀ ਨਹੀਂ ਹੁੰਦੀ ਤੇ ਉਹਦੀ ਚੋਣ ਪਿੱਛੇ 50 ਲੱਖ ਰੁਪਏ ਲੱਗ ਜਾਂਦਾ। ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਕਿਤੇ ਗਲਤ ਪਾਸੇ
ਪਾਸਿਓਂ ਲਿਆਇਆ ਉਹਦੇ ਚਹੇਤੇ ਬੰਦੇ ਹੁੰਦੇ। ਤੁਹਾਨੂੰ ਵੀ ਜਿਹੜੀ ਹੈਗੀ ਆ ਉੱਥੋਂ ਦੀ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਮਿਲਦੀ ਹੈ ਪਿੰਡ ਵਾਲੇ। ਹਾਂਜੀ ਹਾਂਜੀ ਹਾਂ ਵੱਡੀ ਗੱਲ ਇਹ ਹੈ ਜਿਹੜੇ ਆਪਦੇ ਚਹੇਤੇ ਹੁੰਦੇ ਆ ਉਹਦੀ ਹੈਲਪ ਕਰਦੇ ਆ ਵੀ ਆਪਾਂ ਇਹਨੂੰ ਸਮਾਜ 'ਚ ਅੱਗੇ ਲੈ ਕੇ ਆਗੇ ਜੀ। ਦੂਸਰਾ ਗੱਲ ਆ ਆਪਣੇ ਸਰਪੰਚ ਸਾਹਿਬ ਨੇ ਕਹੀ ਹਰੇਕ ਬੰਦਾ ਸਰਪੰਚ ਦੇ ਪਿੱਛੇ ਪੈਂਦਾ, ਸਰਕਾਰ ਵੀ ਹੁਣ ਪਿੱਛੇ ਪਈ ਹੋਈ ਹੈ। ਤੁਹਾਨੂੰ ਪਤਾ ਜਿਵੇਂ ਅਸੀਂ ਪਾਕਿਸਤਾਨ ਵਾਏ ਹੁੰਦੇ ਜਿਵੇਂ ਹਾਂਜੀ ਇਹਨਾਂ ਨੂੰ ਪਿੱਛੇ ਹਟਾਓ ਤੇ ਲੋਕ ਤੁਹਾਡਾ ਮਾਨਯੋਗ ਹਾਈ ਕੋਰਟ ਨੇ ਬਹੁਤ ਸਾਥ ਦਿੱਤਾ ਤੁਹਾਡਾ, ਤਾਂ ਉਹਦਾ ਧੰਨਵਾਦ ਵੀ ਕਰਦੇ ਆ। ਪਰ ਇਹਨਾਂ ਨੂੰ ਇਹੀ ਗੱਲ ਹੁੰਦੀ ਵੀ ਸਰਪੰਚਾਂ ਨੂੰ ਥੋੜਾ ਨਿੰਦ ਕੇ ਆਪਾਂ ਅੱਗੇ ਹੋਰ ਆ ਜਾਓ। ਠੀਕ ਹੈ, ਸਰਪੰਚ ਤਾਂ ਆਪਦੇ ਕੋਲੋਂ ਮੈਨੂੰ ਇੱਕ ਗੱਲ ਦੱਸੋ ਕਿਹੜੇ ਸਰਪੰਚ ਨੇ ਅੱਜ ਤੱਕ ਜ਼ਮੀਨ ਬਣਾਈ ਹੈਗੀ? ਮੇਰੇ ਆਪਦੇ ਨਾਨਾ ਜੀ ਨੇ 5 ਹਾਂਜੀ ਸਭ ਨੇ ਜ਼ਮੀਨ ਗਵਾਈ ਆ, ਮੈਂ ਆਪ ਖੁਦ ਵੇਚੀ ਆ ਜੀ। ਮੈਂ ਇਸ ਗੱਲ ਤੋਂ ਕੋਈ ਉਹ ਨਹੀਂ ਕਰਦਾ, ਮੈਂ ਆਪ ਕਹਿਣਾ ਜੀ। ਜੋ ਸਰਪੰਚ ਦੇ ਮਿਲੇ ਨਹੀਂ ਹੈਗੇ ਜੀ ਉਹ ਲੋਕ ਇਹ ਗੱਲਾਂ ਕਹਿ ਸਕਦੇ ਨੇ, ਜਿਹੜੇ ਸਰਪੰਚ ਨਾਲ ਵਿਚਰਦੇ ਆ ਉਹ ਲੋਕ ਨਹੀਂ ਇਹ ਗੱਲਾਂ ਕਹਿ ਸਕਦੇ। ਜਿਵੇਂ ਮੇਰੇ ਪਿੰਡ ਇੱਕ ਮਸਲਾ ਆਇਆ ਸੀਗਾ ਜੀ, ਸਾਡਾ ਜਿਹੜਾ ਕੋਰਟ ਤੱਕ ਕੇਸ ਗਿਆ ਸੀਗਾ। ਕੋਰਟ ਕੇਸ ਜਿਹੜਾ ਵੀ ਅਸੀਂ ਕੋਈ ਵਕੀਲ ਦੀ ਫੀਸ ਅਸੀਂ ਕਿਤੋਂ ਨਹੀਂ ਕੀਤੀ, ਕਿਸੇ ਖਾਤੇ 'ਚੋਂ ਨਹੀਂ ਕੀਤੀ, ਪਿੰਡ ਵਾਲਿਆਂ ਨੇ ਇਕੱਠੇ ਕਰਕੇ ਦਿੱਤੇ ਜੀ। ਉਹ ਪਿੰਡ ਵਾਲਿਆਂ ਨੇ ਇਕੱਠੇ ਕਰਕੇ ਦਿੱਤੇ, ਕਿਉਂ ਦਿੱਤੇ? ਜੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਸਰਪੰਚ ਚੰਗੇ ਕੰਮ ਕਰ ਰਿਹਾ ਤਾਂ ਫੇਰ ਹੀ ਦਿੰਦੇ ਨਾ। ਪਿੰਡਾਂ ਵਿੱਚ ਫੰਡ ਤਾਂ ਹੀ ਮਿਲਦਾ ਜੀ। ਜਿਹੜਾ ਸਰਪੰਚ ਨਾਲ ਵਿਚਰਦਾ ਨਹੀਂ ਹੈਗਾ ਉਹ ਕਰਪਟ ਕਹੂਗਾ, ਚੋਰ ਕਹੂਗਾ। ਜਿਹੜਾ ਸਰਪੰਚ ਦੇ ਨਾਲ ਵਿਚਰਦਾ ਪਤਾ ਲੱਗਦਾ ਉਹਨੂੰ ਵੀ ਕਿੱਥੋਂ ਸਰਪੰਚ ਕੀ ਕਰ ਰਿਹਾ, ਕਿਵੇਂ ਕੁਛ ਕੰਮ ਕਰਦਾ, ਕਿੰਨਾ ਹੀ ਮਿਹਨਤ ਕਰ ਰਿਹਾ। ਤੜਕੇ ਤੋਂ ਗਾ ਜਾਂਦਾ ਸ਼ਾਮ ਨੂੰ ਘਰੇ ਬੱਚਿਆਂ ਕੋਲ ਸ਼ਾਮ। ਤੁਸੀਂ ਗੱਲ ਕੀਤੀ ਕਿਸੇ ਮਾਮਲੇ ਦੀ ਕਿ ਵੀ ਉਹ ਕੋਰਟ ਤੱਕ ਚਲਾ ਗਿਆ ਮਾਮਲਾ, ਅਸੀਂ ਫੀਸ ਤੱਕ ਇਕੱਠੀ ਕਰਕੇ ਦਿੱਤੀ ਵਕੀਲ ਦੀ। ਸਰਪੰਚ ਸਾਹਿਬ ਇਹ ਵੀ ਸੁਣਨ ਚ ਆਇਆ ਵੀ ਜਿਹੜੇ ਇਸ ਤਰ੍ਹਾਂ ਦੇ ਕੋਈ ਮਾਮਲੇ ਹੁੰਦੇ ਨੇ, ਕੋਈ ਮਾਮਲੇ ਆ ਜਾਂਦੇ ਸਰਪੰਚ ਕੋਲੇ, ਤਾਂ ਦੋਨੇ ਧਿਰਾਂ ਦਾ ਜਿਹੜਾ ਰਾਜੀਨਾਮਾ ਕਰਾਉਣ ਵਿੱਚ ਵੀ ਸਰਪੰਚ ਪੈਸੇ ਲੈਂਦੇ ਨੇ। ਨਹੀਂ ਜੀ ਇਹ ਤਾਂ ਕਿਤੇ ਨਹੀਂ ਹੋ ਸਕਦਾ। ਇਹ ਤਾਂ ਆਮ ਜਨਤਾ ਕਹਿ ਸਕਦੀ ਹੈ, ਜਿਹੜਾ ਆਪਾਂ ਫੈਸਲਾ ਕਰਾਵਾਂ ਉਹੀ ਬੋਲ ਸਕਦੇ ਜੀ। ਦੇਖ ਲਓ ਕੈਮਰੇ ਦੇ ਸਾਹਮਣੇ ਬੋਲ ਰਹੇ ਤੁਸੀਂ। ਸਾਹਮਣੇ ਹਾਂਜੀ ਇੱਕ ਵੀ ਬੰਦਾ ਕੋਈ ਸਾਬਤ ਕਰਦੇ ਜੀ ਜਿੰਨੀ ਪ੍ਰਾਪਰਟੀ ਉਹ ਸਾਰੀ ਉਹ ਬੰਦੇ ਨਾ ਕਰਾ ਦੇਣਗੇ। ਠੀਕ ਹੈ ਨਾ, ਇਹ ਜਿਹੜੇ ਨਾ ਮੈਂ ਤੁਹਾਨੂੰ ਦੱਸ ਦਿੰਦਾ ਅੱਧੇ ਇਹ ਦੇਖ ਲੈਂਦੇ ਵੀ ਚਿੱਟੇ ਕੱਪੜੇ ਪਾ ਕੇ ਸਰਪੰਚ ਯਾਰ ਗੱਡੀ ਤੇ ਇੱਧਰ ਲੰਘ ਗਿਆ ਉਧਰ, ਉਹ ਅੰਦਰੋਂ ਅੰਦਰੀ ਵਿਆਹ ਨਾਲ ਘੁਲੀ ਜਾਂਦੇ ਆ। ਉਹਨੂੰ ਇਹ ਨਹੀਂ ਪਤਾ ਹੁੰਦਾ ਦਿਮਾਗੀ ਟੈਨਸ਼ਨ ਕਿੰਨੀ ਕੁ ਡੇਲੀ 1000 ਦਾ ਤਾਂ ਗੱਡੀ ਦਾ ਤੇਲ ਪੈ ਜਾਂਦਾ ਹੈਗਾ, ਜਿਹੜਾ ਆਪਸ ਵਿੱਚ ਕੋਈ ਖਰਚਾ ਪਾਣੀ ਹੈਗਾ ਉਹ ਅਲੱਗ। ਤੁਸੀਂ ਦੇਖੋ ਇਹਨਾਂ ਨੂੰ ਅੱਧੇ ਗਲਤ ਵਿੱਚ, ਮੈਂ ਕਹਿੰਦਾ ਮੈਂਬਰ ਸਾਰੇ ਗਲਤ ਨਹੀਂ ਸਾਰੇ ਠੀਕ ਨਹੀਂ। ਮੈਂਬਰ ਦਾ ਕੀ ਹੁੰਦਾ ਸਵੇਰੇ ਆ ਜੀ ਸਰਪੰਚ ਸਾਹਿਬ 1000 ਰੁਪਏ ਚਾਹੀਦਾ ਜੀ। ਹੁਣ ਮੈਂ ਮੇਰੇ ਨਾਲ ਹੱਡ ਬੀਤੀ ਦੱਸਦਾ ਆਪਾਂ ਇਹ ਗੱਲ ਤੋਂ ਕੋਈ ਡਰਦੇ ਨਹੀਂ, ਕੈਮਰੇ ਅੱਗੇ। ਠੀਕ ਹੈ ਜੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਚੰਗੇ ਵੀ ਬਹੁਤ ਆ ਜਿਹਨਾਂ ਚੰਗੇ ਦੇ ਕਾਰਨ ਵਿਕਾਸ ਹੁੰਦਾ ਪਿੰਡ ਦਾ। ਠੀਕ ਹੈ, ਉਹਨਾਂ ਨੂੰ ਤਾਂ ਇਹ ਲੱਗਦਾ ਹੁੰਦਾ ਇੰਨੇ ਜ਼ਿਆਦਾ ਅਨਪੜ੍ਹ ਜਾਂ ਮੂਰਖ ਹੁੰਦੇ ਹੈਗੇ ਵਿੱਚ ਜਿਹੜੇ ਗਲਤ ਹੁੰਦੇ ਹੈਗੇ ਵੀ ਜਿਹੜੀ ਪੇਮੈਂਟ ਸਿੱਧੀ ਅੱਜ ਐਮਐਲਏ ਬੋਲ ਗਿਆ ਵੀ ਇਹਦੇ ਖਾਤੇ 'ਚ ਆਉਣੀ ਹੈਗੀ, ਉਹ ਸਰਕਾਰੀ ਖਾਤੇ ਲੱਗੇ ਹੋਣੇ ਜੀ। ਉਹਦੇ ਉੱਤੇ 5 ਬੰਦੇ ਨਿਗਰਾਨ ਆਗੇ, ਕਹਿੰਦਾ ਮਤਲਬ ਆਪਣਾ ਸੈਕਟਰੀ ਹੋ ਗਿਆ, ਜਈ ਹੋ ਗਿਆ, ਬੀਡਗੋ ਹੋ ਗਿਆ, ਐਸਡੀਓ ਤੱਕ ਹੈਗਾ। ਉਹਨਾਂ ਨੂੰ ਇਹੀ ਲੱਗੀ ਜਾਂਦਾ ਇਹ ਰੁਪਏ ਸਰਪੰਚ ਭਾਵੇਂ ਕਢਾ ਕੇ ਆਪਦੇ ਘਰੇ ਵਰਤ ਲੈ, ਸਰਪੰਚ ਨੂੰ ਸਿੱਧਾ ਪੈਸਾ ਆਇਆ। ਹਾਂਜੀ ਹਾਂ, ਸਰਪੰਚ ਤਾਂ ਭਾਵੇਂ ਕਿਤੋਂ ਨਾ ਕਿਸ਼ਤਾਂ ਤੇ ਮੋਟਰਸਾਈਕਲ ਕਢਾ ਲਿਆਵੇ, ਲਾਏ ਵੀ ਸਰਪੰਚ ਅੱਜ ਤਾਂ ਫਿਰ ਸਰਕਾਰੀ ਖਾਤੇ 'ਚੋਂ ਚੱਕੇ ਰੁਪਏ ਹਨਾ। ਬਸ ਗੱਲਬਾਤ ਇੱਥੇ ਖੜੀ ਹੈ। ਐ ਲਾ ਲਓ ਜੀ, ਮੈਂ ਕੁਛ ਸਾਂਝੀਆਂ ਜਗ੍ਹਾਵਾਂ ਵਿਹਲੀਆਂ ਕਰਾਉਂਦਾ ਸੀਗਾ ਜੀ। 1 ਕਿੱਲਾ ਜਗ੍ਹਾ ਵਿਹਲੀ ਕਰਾ ਕੇ ਜੀ ਮੈਂ ਉਹਦੇ ਵਿੱਚ ਪਾਰਕ ਬਣਵਾਇਆ ਜੀ। ਉਦੋਂ ਬਾਅਦ 4.5 ਕਿੱਲੇ ਨਜਾਇਜ਼ ਕਬਜ਼ੇ ਛਡਾ ਕੇ ਉਹਦੇ ਵਿੱਚ ਦਾਣਾ ਮੰਡੀ ਬਣਵਾਈ। 22 ਕਨਾਲਾਂ 1 ਮਰਲਾ ਖੇਪਟ ਸੀਗੀ ਜੀ, ਛੱਪੜ ਦੀ ਗੈਰ ਮੁਮਕਿਨ ਜਗ੍ਹਾ ਛੱਪੜ ਦੀ ਸੀ। ਉਹਦੇ ਵਿੱਚ ਇੱਕ ਬੱਕਰੀਆਂ ਵਾਲੇ ਨੇ ਛੱਪਰ ਪਾਇਆ ਹੋਇਆ ਸੀਗਾ ਜੀ, ਗਰੀਬ ਬੱਕਰੀਆਂ ਵਾਲਾ ਸੀ। ਜਦੋਂ ਕਿ ਉਹ ਆਪਦੀ ਜਗ੍ਹਾ ਵੀ ਅਲੱਗ ਰੱਖੀ ਬੈਠਾ ਸੀ, ਉਹਦੇ ਨਾਲ ਗੱਲਬਾਤ ਹੋਈ ਵੀ ਯਾਰ ਹੋਰ ਸਾਰੀ ਜਗ੍ਹਾ ਸਾਫ਼ ਹੋ ਗਈ, ਆਪਾਂ ਨਾ ਇੱਥੇ ਵੀ ਛੱਪੜ ਹੁਣ ਚੱਲ ਤਾਂ ਰਿਹਾ ਨਹੀਂ, ਕੁਛ ਜਗ੍ਹਾ ਵਿੱਚ ਦੀ ਨਾ ਆਪਾਂ ਪਾਣੀ ਕੱਢ ਲੈਣੇ ਆ, ਇੱਕ ਪਾਸੇ ਆਪਾਂ ਪਾਰਕ ਬਣਾ ਲੈਣੇ ਆ ਵੀ ਯਾਰ ਤੇਰਾ ਛੱਪੜ ਵਿੱਚ ਆਉਂਦਾ, ਜੇ ਬਾਈ ਤੂੰ ਇਹਨੂੰ ਅਲੱਗ ਕੋਈ ਬੱਕਰੀਆਂ ਦਾ ਕਰ ਲੈ। ਕਹਿੰਦਾ ਸਰਪੰਚ ਸਾਹਿਬ ਮੈਨੂੰ 8 ਦਿਨ ਦੇ ਦਿਓ, ਮੈਂ ਅਲੱਗ ਪ੍ਰਬੰਧ ਕਰ ਲੈਣਾ ਬੱਕਰੀਆਂ ਦਾ। ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਉਹਨਾਂ ਨਾਲ ਕੋਈ ਲਿਖਤੀ ਕਰਿਆ ਨਾ ਜੀ। ਉਹਨਾਂ ਨੇ ਕੋਰਟ ਦੇ ਵਿੱਚੋਂ ਸਟੇ ਲਿਆਂਦੀ ਜੀ। ਅੱਛਾ, ਜਦੋਂ ਕਿ ਸਰਕਾਰੀ ਜਗ੍ਹਾ ਪੰਚਾਇਤ ਦੇ ਨਾਂ ਗੈਰ ਮੁਮਕਿਨ ਛੱਪੜ, ਸਾਨੂੰ ਉਹ ਅੱਜ ਤੱਕ ਸਮਝ ਨਹੀਂ ਆਈ ਵੀ ਜੱਜ ਸਾਹਿਬ ਨੇ ਕਾਹਦੇ ਆਧਾਰ ਤੇ ਸਟੇ ਦਿੱਤਾ। ਉਦੋਂ ਬਾਅਦ ਚਲੋ ਉਹ ਲੋਅਰ ਕੋਰਟ 'ਚੋਂ ਕੇਸ ਜਿੱਤ ਗਏ ਜੀ। ਮੈਂ ਇੱਥੇ ਸੈਸ਼ਨ ਕੋਰਟ 'ਚ ਪਾਇਆ ਜੀ, ਮਕੰਦ ਲਾਲ ਗਰਗੂ ਕੋਲੇ ਕੇਸ ਆ ਜੀ। 20,000 ਉੱਥੇ ਕੇਸ ਦਾ ਦਿੱਤਾ ਜੀ, 50,000 ਇੱਥੇ ਕੇਸ ਦਾ ਦਿੱਤਾ। ਜੇ 1 ਰੁਪਿਆ ਵੀ ਸਰਕਾਰੀ ਖਾਤੇ 'ਚੋਂ ਲਾਇਆ ਹੋਵੇ, ਸਾਰੇ ਆਪਦੀ ਜੇਬ 'ਚੋਂ ਲਾਏ ਆ ਜੀ। ਹਰ ਵਕਤ ਸਰਪੰਚ ਦੀ ਜੇਬ 'ਚੋਂ ਪੈਸੇ ਲੱਗਦੇ ਆ, ਜਦੋਂ ਕਿ ਮੈਂ ਵੀ ਤਾਂ ਉਹ ਪਿੰਡ ਵਾਸਤੇ ਕਰ ਰਿਹਾ। ਉਹੇ ਜੀਆਂ ਗੱਲਾਂ ਜੇ ਕੋਈ ਵਿਚਰਦਾ ਜੀ ਉਹਨਾਂ ਨੂੰ ਪਤਾ ਲੱਗਦਾ, ਜਿਹੜਾ ਕੋਈ ਨਹੀਂ ਵਿਚਰਦਾ ਉਹ ਤਾਂ ਐਂ ਕਹਿੰਦੇ ਆ ਵੀ ਸਰਪੰਚ ਚੋਰ ਆ, ਸਰਪੰਚ ਕਰਪਟ ਆ। ਜਦੋਂ ਕਿ ਸਰਪੰਚ ਨੂੰ ਤਾਂ ਰੋਟੀ ਖਾਣ ਤੱਕ ਦਾ ਵੀ ਟਾਈਮ ਨਹੀਂ ਲੱਗਦਾ ਜੀ। ਸਰਪੰਚ ਦਿਨ ਰਾਤ ਮਿਹਨਤ ਕਰਦਾ। ਬਾਕੀ ਜਿਹੜਾ ਸਮਾਜ ਆ ਨਾ ਜੀ, ਤੇ ਦੂਸਰੀ ਮੰਨ ਲਓ ਰਾਜਨੀਤਿਕ ਵਰਗ ਹੈ, ਇਹ ਸੱਚੇ ਬੰਦੇ ਨੂੰ ਅਪਣਾ ਕੇ ਰਾਜੀ ਨਹੀਂ ਗੇ। ਹੁਣ ਤੁਸੀਂ ਮੇਰੇ ਪਿੰਡ ਦੀ ਦੱਸਦਾ, ਮੈਂ ਇੱਕ ਪਾਰਕ ਬਣਾਈ ਹੈ ਜੀ। ਮੈਂ ਉੱਥੇ ਕਬਜ਼ੇ ਸੀ ਕਈ ਘਰਾਂ ਦੇ, ਮੈਂ ਛਡਵਾ ਲਏ, ਪਾਰਕ ਬਣਾਤੀ। ਉੱਥੇ ਸਾਹਮਣੇ ਸੀ ਆਪਣਾ ਡਿਸਪੈਂਸਰੀ, ਉਹਦੀ ਕੰਧ ਸੀ, ਉਹ ਘਰਾਂ ਨੇ ਕੰਧ ਢਾਹ ਕੇ ਉਧਰ ਕਬਜ਼ੇ ਕਰ ਲਏ। ਦੇਖੋ ਪਿੰਡ ਇਹ ਨਹੀਂ ਕਹਿ ਰਿਹਾ ਉਹ ਘਰਾਂ ਨੂੰ ਵੀ ਹਾਂ ਯਾਰ ਤੁਸੀਂ ਪੰਚਾਇਤੀ ਜਗ੍ਹਾ ਪਹਿਲਾਂ ਇੱਧਰ ਛਡਾਈ ਸਰਪੰਚ ਨੇ, ਤੁਸੀਂ ਸਾਹਮਣੇ ਹੁਣ ਨਵੀਂ ਕੰਧ ਢਾਹਤੀ। ਕਿਉਂ ਪਿੰਡ ਕਦੇ ਨਹੀਂ ਉਹਦੇ ਨਾਲ ਬੋਲੂਗਾ, ਪੰਚਾਇਤ ਜਾਂ ਸਰਪੰਚ ਇਕੱਲੇ ਬੋਲਦੇ ਰਹਿੰਦੇ ਭਾਈ ਹੁਣ ਉਹ ਕੰਧ ਜਮਾਂ ਬਿਲਕੁਲ ਢਾਹ ਦਿੱਤੀ ਆ। ਪਿੰਡ ਦਾ ਇੱਕ ਬੰਦਾ ਕਹਦੇ ਵੀ ਹਾਂ ਉਹਦੇ ਕੋਲ ਜਾ ਕੇ ਆ ਭਾਈ ਵੀ ਤੁਸੀਂ ਪੰਚਾਇਤ ਤੇ ਵਾਧਾ ਕਰੀ ਨਾ।
ਸਰਪੰਚ ਤਾਂ ਸਾਰਾ ਦਿਨ ਪਿੰਡ ਦੇ ਵਿਕਾਸ ਲਈ ਕਿਤੇ ਉਹਦੇ ਨਾਲ ਬੋਲ ਪਿਆ, ਕਿਤੇ ਉਹਦੇ ਨਾਲ, ਕਿਤੇ ਗਲੀ ਬਣਦੀ ਹੈਗੀ, ਕੋਈ ਬਣ ਨਹੀਂ ਦਿੰਦਾ, ਆਪਦੀ ਪਹੁੰਚਣਾ ਚਲੋ ਜਿਵੇਂ ਮਰਜ਼ੀ ਹੈ, ਸਰਪੰਚ ਨੇਪਰੇ ਚਾੜਦੇ ਕੰਮ। ਪਰ ਸਮਾਜ 'ਚ ਵੀ ਕਿਹੋ ਜਿਹਾ ਸਿਸਟਮ ਹੋ ਗਿਆ ਵੀ ਜੇ ਮੈਂ ਲੀਡਰ ਦੇ ਨੇੜੇ ਆ ਤਾਂ ਮੈਂ ਯਾਰ ਆਹ ਕੰਮ ਨਹੀਂ ਹੋਣ ਦੇਣਾ, ਮੈਂ ਆਹ ਕੰਮ ਨਹੀਂ ਹੋਣ ਦੇਣਾ। ਪਰ ਅਸੀਂ ਉਹੋ ਜਿਹੇ ਜਿਹੜੇ ਆਪਾਂ ਕਹਿੰਦੇ ਆਮ ਕਹਿੰਦੇ ਚੌਂਚੇ, ਜਿਹੜੇ ਚੁਣੇ ਹੁੰਦੇ ਆ ਉਹ ਨੁਮਾਇੰਦੇ ਹੁੰਦੇ ਆ, ਜਿਹੜੇ ਬਿਨਾਂ ਗੱਲ ਤੋਂ ਤੁਰੇ ਫਿਰਦੇ ਲੀਡਰਾਂ ਨਾਲ ਚੌਂਚੇ ਹੁੰਦੇ ਆ, ਉਹਨਾਂ ਨੂੰ ਕਹਿੰਦੇ ਇੱਕ ਵਾਰੀ ਪਿੰਡ 'ਚ ਆ ਕੇ ਤੁਸੀਂ ਇਹ ਕੰਮਾਂ 'ਚ ਭਾਗ ਲੈ ਕੇ ਦੇਖੋ, ਤੁਹਾਨੂੰ ਫਿਰ ਪਤਾ ਲੱਗੂਗਾ ਕਿੱਦਾਂ ਕੰਮ ਹੁੰਦੇ ਤੇ ਗੱਲਾਂ ਹਵਾ 'ਚ ਕਿਵੇਂ ਹੁੰਦੀਆਂ ਜੀ। ਜਿਹੜੇ ਪਿੰਡ ਵਾਲੇ ਹੁੰਦੇ ਉਹਨਾਂ 'ਚ ਏਕਾ ਬੜਾ ਹੁੰਦਾ ਹਨਾ, ਵੀ ਪਿੰਡਾਂ ਵਾਲਿਆਂ 'ਚ ਬਹੁਤ ਏਕਾ ਹੁੰਦਾ। ਮੇਰਾ ਖਿਆਲ ਹੈ ਜੇ ਕੋਈ ਸਰਪੰਚ ਕਰਪਟ ਹੋਊਗਾ ਜਾਂ ਕਰਪਸ਼ਨ ਕਰੂਗਾ, ਉਹਦੇ ਖਿਲਾਫ ਸਾਰਾ ਪਿੰਡ ਇੱਕ ਧਿਰ ਬਣ ਜਾਊਗਾ, ਉਹਨੂੰ ਤਾਂ 2 ਦਿਨਾਂ 'ਚ ਹੀ ਉਹਦੀ ਤਾਂ ਸਰਪੰਚੀ ਖਤਮ ਕਰ ਦੇਣਗੇ। ਇਹ ਗੱਲ ਮੇਰੀ ਸਹੀ ਹੈ ਕਿ ਗਲਤ ਹੈ? ਨਹੀਂ ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਕਰਪਸ਼ਨ ਦਾ ਮੈਡਮ ਮੈਂ ਪਹਿਲਾਂ ਕਿਹਾ ਸਵਾਲ ਹੀ ਨਹੀਂ ਉੱਠਿਆ ਜੀ 1% ਵੀ। ਜੇ ਕਿਤੇ ਪਿੰਡ ਵਾਲਿਆਂ ਨੂੰ ਆਪਾਂ ਪਿੰਡ 'ਚ ਕੰਮ ਕਰਦੇ ਆ ਤਾਂ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਲੱਗਦਾ ਵੀ ਸਰਪੰਚ ਪਿੰਡ 'ਚ ਕਿਹੋ ਜਿਹਾ ਕੰਮ ਕਰ ਰਿਹਾ, ਕਿਹੋ ਜਿਹਾ ਉਹ ਮਟੀਰੀਅਲ ਲਾ ਰਿਹਾ, ਕਿਹੋ ਜਿਹੀ ਇੱਟ ਲਾ ਰਿਹਾ, ਕਿਹੋ ਜਿਹਾ ਸੀਮੈਂਟ ਲਾ ਰਿਹਾ, ਕਿਹੋ ਜਿਹੀ ਬਰੇਤੀ ਲਾ ਰਿਹਾ। ਜੇ ਉਹਦੇ ਵਿੱਚ ਮਾੜਾ ਮਟੀਰੀਅਲ ਹੋਊਗਾ, ਕਿਉਂਕਿ ਦਿਨ ਰਾਤ ਸਾਰੇ ਪਿੰਡ ਵਾਲੇ ਕੋਈ 5-7 ਜਣੇ ਜਾਂ 10 ਜਣੇ ਕਿਤੇ ਵੀ ਆਪਾਂ ਕੰਮ ਕਰਦੇ ਆ ਉਹ ਲੰਘਦੇ ਹੀ ਰਹਿੰਦੇ ਆ, ਕਿਉਂਕਿ ਨਾਲ ਦੀ ਨਾਲ ਜਦੋਂ ਪੇਮੈਂਟ ਹੋਣੀ ਆ ਅਫਸਰ ਵੀ ਆ ਕੇ ਚੈੱਕ ਕਰਦੇ ਆ, ਤਾਂ ਐਡਾ ਰਿਸਕ ਕੋਈ ਨਹੀਂ ਲੈਂਦਾ ਮੈਡਮ। ਇਹ ਬਿਲਕੁਲ ਬੇਬੁਨਿਆਦ ਗੱਲਾਂ ਕਰਪਸ਼ਨ ਵਾਲੀਆਂ, ਤੇ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਉਹ ਇੰਨੇ ਦਾਅਵੇ ਨਾਲ ਗੱਲ ਕਹਿੰਦੇ ਨੇ, ਤੇ ਜੇ ਉਹਨਾਂ ਕੋਲੇ ਸਬੂਤ ਹੋਏ ਕਿਸੇ ਦੇ ਖਿਲਾਫ, ਕਿਸੇ ਸਰਪੰਚ ਜਾਂ ਸਰਪੰਚਾਂ ਦੇ ਖਿਲਾਫ, ਤਾਂ ਫਿਰ ਤੁਹਾਡਾ ਕੀ ਜਵਾਬ? ਦੇਖੋ ਮੈਡਮ ਅਸੀਂ ਇਹ ਪਹਿਲਾਂ ਵੀ ਗੱਲ ਕਹੀ ਹੈ, ਉਹ ਤੁਸੀਂ ਸਵਾਲ ਕੀਤਾ ਸੀ ਇੱਕ, ਕਿਉਂਕਿ ਉਹਨੇ ਆਲਮੋਸਟ ਸਾਰੇ ਸਰਪੰਚਾਂ ਨੂੰ ਕਰਪਟ ਕਿਹਾ, ਸਾਰੇ ਸਰਪੰਚਾਂ ਨੂੰ। ਉਹਦੇ ਵਿੱਚ ਸਾਡੇ ਸੂਬਾ ਪ੍ਰਧਾਨ ਨੇ ਵੀ ਕਿਹਾ ਵੀ ਜਿਹੜਾ ਬੰਦਾ ਤੁਹਾਨੂੰ ਕਰਪਟ ਲੱਗਦਾ ਉਹ ਤੇ ਤੁਸੀਂ ਨਿੱਜੀ ਉਹ ਤੇ ਕੇਸ ਕਰੋ, ਜਾਂ ਉਹਦੀ RTI ਕਰੋ, ਜਾਂ ਉਹਦੇ ਸਬੂਤ ਲੈ ਕੇ ਆਓ, DC ਦੀ ਸ਼ਿਕਾਇਤ ਕਰੋ, ADC ਦੇ ਕਰੋ। ਪ੍ਰੋਪਰ ਚੈਨਲ ਇਹ ਤਾਂ ਨਹੀਂ ਵੀ ਆਪਾਂ ਆਪਦੇ ਚੈਨਲ ਤੇ ਬਹਿ ਕੇ ਆਪਦੀ ਪਬਲਿਸਿਟੀ ਵਾਸਤੇ ਵੀ ਸਾਰੇ ਪੰਜਾਬ ਦੇ 13,241 ਪੰਚਾਇਤਾਂ ਜੀ, ਜਿਨ੍ਹਾਂ ਦੇ ਵਿੱਚ 50% ਲੇਡੀਜ਼ ਹੈ, ਤੇ ਜਿਹਦੇ ਵਿੱਚ ਮੰਨ ਲਓ 60-65 ਸਾਲ ਦੇ ਬਜ਼ੁਰਗ ਵੀ ਹੈਗੇ, ਸਨਮਾਨਯੋਗ ਹੈਗੇ ਜਿਹੜੇ। ਤੇ ਆਪਾਂ ਇਹੀ ਕਹਿ ਰਹੇ ਹਾਂ ਵੀ ਉਹ ਮੰਨ ਲਾ ਕਿਸੇ ਦੇ ਖਿਲਾਫ ਆਪਦੇ ਏਰੀਏ 'ਚ ਉਹਦੇ ਕੋਲੇ ਸਬੂਤ ਹੈਗੇ ਆ ਤਾਂ ਉਹ ਪੇਸ਼ ਕਰ ਦੇ, ਉਹ ਤੇ ਕਾਰਵਾਈ ਕਰਾ ਦੇ, ਕਿਉਂਕਿ ਸਰਕਾਰ ਸੋਨੀਆ ਮਾਨ ਦਾ ਸਾਥ ਦੋਗੇ? ਹਾਂ ਬਿਲਕੁਲ, ਜੇ ਇਹ ਜਿਹਾ ਹੈਗਾ ਤਾਂ ਜੀ ਆਪਾਂ ਪਹਿਲਾਂ ਕਹਿ ਰਹੇ ਹਾਂ ਗਲਤ ਦੇ ਵਿਰੋਧ 'ਚ ਖੜੇ। ਹੁਣ ਨਾਲ ਸਰਪੰਚ ਸਾਹਿਬ ਖੜੇ ਨੇ, ਤੁਹਾਨੂੰ ਪਤਾ ਕਈ ਸਰਪੰਚਾਂ ਨੇ ਇਸ ਇਮਾਨਦਾਰੀ ਨਾਲ ਕੰਮ ਅਵਾਰਡ ਮਿਲੇ ਹੋਏ ਆ ਸਰਪੰਚਾਂ ਨੂੰ, ਕਹਿੰਦੇ ਉਹ ਤਾਂ ਨਾਲ ਹੀ ਤੋਲਤੇ ਸਾਰੇ ਗਲਤ ਇਹ ਜਿਹੜੇ ਸਰਪੰਚ ਸਾਹਿਬ ਨੇ ਇਹ ਬਠਿੰਡਾ ਜ਼ਿਲ੍ਹਾ ਦੇ ਪਿੰਡ ਰਾਏਖਾਨਾ ਦੇ ਨੇ, ਇਹਨਾਂ ਨੂੰ ਦੀਨ ਦਿਆਲ ਉਪਾਧਿਆਏ ਅਵਾਰਡ ਮਿਲਿਆ ਹੋਇਆ, ਉਸ ਅਵਾਰਡ ਦੇ ਨਾਲ ਸਨਮਾਨਿਤ ਇਹਨਾਂ ਦੀ ਪੰਚਾਇਤ, ਔਰ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਹ। ਹਾਂਜੀ ਕਈ ਸਰਪੰਚ ਨੂੰ ਅਵਾਰਡ ਦਿੱਤੇ, ਫਿਰ ਉਹਨੇ ਅੱਖਾਂ ਮੀਚ ਕੇ ਤਾਂ ਅਵਾਰਡ ਦੇ ਨਹੀਂ ਦਿੱਤੇ, ਠੀਕ ਹੈ ਜੀ। ਹਾਂਜੀ ਵੱਡੀ ਗੱਲ ਇਹ ਹੈਗੀ ਵੀ ਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਵੱਧ ਤੋਂ ਵੱਧ ਕਾਰਵਾਈ ਕਰਾਉਣ ਦੀ ਜ਼ੋਰ ਪਾਵਾਂਗੇ, ਠੀਕ ਹੈ। ਹਾਂਜੀ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ। ਜਿਹੜਾ ਹੈਗਾ ਵੀ ਤੁਸੀਂ ਸਵਾਲ ਕੀਤਾ ਸੀ ਵੀ ਜਿਹੜੇ ਸਰਪੰਚਾਂ ਤੋਂ ਗਵਰਨ ਨਿਕਲ ਆਉਂਦਾ, ਉਹ 'ਚ ਮੈਂ ਥੋੜੀ ਜਿਹੀ ਗੱਲ ਦੱਸਣਾ ਚਾਹੁੰਦਾ। ਜਦੋਂ ਸਾਡਾ ਕੰਮ ਪੂਰਾ ਹੋ ਜਾਂਦਾ ਜੀ, ਸਾਨੂੰ ਨਾ ਇੱਕ ਲਾਸਟ ਤੇ ਜਿੰਨੀ ਗ੍ਰਾਂਟ ਆਈ ਹੁੰਦੀ ਆ ਉਹਦਾ ਵਰਤੋਂ ਸਰਟੀਫਿਕੇਟ ਮਿਲਦਾ ਹੁੰਦਾ, ਜਿਹਦੇ ਵਿੱਚ BDO ਦੇ, SDO ਦੇ ਤੇ JE ਦੇ ਬਕਾਇਦਾ ਸਾਈਨ ਹੁੰਦੇ ਆ। ਉਹ ਉਨੀ ਰਕਮ ਦਾ ਸਾਨੂੰ ਬਕਾਇਦਾ ਵਰਤੋਂ ਸਰਟੀਫਿਕੇਟ ਮਿਲਦਾ ਵੀ ਇਹ ਜਿਹੜੀ ਤੁਹਾਡੀ ਰਕਮ ਹੈ ਬਿਲਕੁਲ ਸਹੀ ਲੱਗੀ ਆ। ਉਹਦੇ ਵਿੱਚ ਕਈ ਵਾਰ ਹੁੰਦਾ ਜਿਹੜਾ ਉਹ ਜੂਸੀ ਆਮ ਸਾਡੇ ਉਹਦੇ ਵਿੱਚ ਕਹਿ ਦਿੰਦੇ ਆ, ਜਿਹੜਾ ਜੂਸੀ ਮੰਨ ਲਓ ਨਹੀਂ ਕੋਈ ਸਰਪੰਚ ਕਰਾਉਂਦਾ ਤਾਂ ਉਹ ਜੂਸੀ ਤੋਂ ਇਲਾਵਾ ਜੇ ਉਹਨੇ ਪੈਸਾ ਵੀ ਲਾਤਾ ਤਾਂ ਉਹਦਾ ਗਵਨ 'ਚ ਮੰਨਿਆ ਜਾਂਦਾ, ਮੰਨ ਲਓ ਪੈਸਾ ਵੀ ਇੰਨਾ ਪੈਸਾ ਇਹ ਗਵਨ ਹੋ ਗਿਆ, ਉਹਨੂੰ ਭਰਨਾ ਪੈਂਦਾ। ਪਰ ਜਿਹੜਾ ਜਦੋਂ ਵਰਤੋਂ ਸਰਟੀਫਿਕੇਟ ਮਿਲਿਆ ਹੋਵੇ ਉਦੋਂ ਕੋਈ ਚੈਲੰਜ ਨਹੀਂ ਕਰ ਸਕਦਾ ਕਿਸੇ ਨੂੰ। ਤੇ ਬਾਕੀ ਜਿਹੜੀ ਤੁਹਾਡੀ ਸੀਗੀ ਸਰਪੰਚ ਸਾਹਿਬ ਨੇ ਦੱਸਿਆ, ਉਹਨੇ ਕਿਹਾ ਵੀ ਇਹ ਕਣਕ ਖਾਂਦੇ ਆ। ਦੇਖੋ ਜੀ ਸਾਡੇ ਬਲਾਕ ਦੇ ਵਿੱਚ ਇਹੋ ਜਿਹੇ SC ਸਰਪੰਚ ਆ, ਘਸੋਖਾਨਾ ਪਿੰਡ ਆ ਸਾਡੇ, SC ਸਰਪੰਚ ਹੈ। ਪਹਿਲਾਂ ਉਹਨਾਂ ਦਾ ਮੰਨ ਲਓ ਕਾਰਡ ਬਣਿਆ ਸੀ, ਕਿਉਂਕਿ ਉਹ ਗਰੀਬ ਸੀਗੇ ਜੀ, SC ਸੀ, ਕੋਈ ਸਾਧਨ ਨਹੀਂ ਸੀਗਾ। ਜੇ ਚਲੋ ਪਿੰਡ ਨੇ ਉਹਨਾਂ ਨੂੰ ਦੇਖਿਆ ਕਾਬਲੀਅਤ ਨਾਲ ਉਹਨੂੰ ਸਰਪੰਚ ਬਣਾਤਾ, ਤਾਂ ਫਿਰ ਉਹ ਇਹ ਥੋੜੀ ਹੈ ਵੀ ਮੰਨ ਲਓ ਉਹ ਕਣਕ ਖਾਣ ਲੱਗ ਗਿਆ, ਚੋਰ ਬਣ ਗਿਆ, ਕਿਉਂਕਿ ਜੇ ਉਹ ਗਰੀਬੀ ਰੇਖਾ 'ਚ ਜਿਹਦਾ ਕਾਰਡ ਬਣਿਆ ਪਰਿਵਾਰ ਦਾ ਬਕਾਇਦਾ ਫਿੰਗਰਪ੍ਰਿੰਟ ਲੱਗਣਗੇ, ਫਿਰ ਉਹਦੀ ਪਰਚੀ ਨਿਕਲੂਗੀ, ਬਕਾਇਦਾ ਪਰਚੀ ਨਿਕਲੂਗੀ, ਉਹਨੇ ਜੀਆਂ ਦੀ ਕਣਕ ਨਿਕਲੂਗੀ ਜਿੰਨੇ ਪਰਿਵਾਰ ਦੇ ਮੈਂਬਰ ਹੋਣਗੇ। ਉਹਦੀ ਕਣਕ ਹੋਰ ਕੌਣ ਖਾਜੂ ਭਲਾ? ਮੈਂ ਤਾਂ ਚਲੋ ਹੁਣ ਸਰਪੰਚ ਬਣ ਗਿਆ ਜੀ, ਇਸ ਤੋਂ ਪਹਿਲਾਂ ਕਣਕ ਬਹੁਤ ਟਾਈਮ ਹੋ ਗਿਆ ਬਣਦੇ ਨੂੰ, ਕਦੇ ਮੇਰੇ ਪਿੰਡ ਦੇ ਸਰਪੰਚ ਨੇ ਮੇਰੇ ਤੱਕ ਰਾਬਤਾ ਕਾਇਮ ਨਹੀਂ ਕੀਤਾ ਵੀ ਸਾਨੂੰ ਕਣਕ ਦੇ। ਕਣਕ ਕਿਸੇ ਦੀ ਕਣਕ ਕਿਸੇ ਨੂੰ ਦੇ ਹੀ ਨਹੀਂ ਸਕਦੇ। ਡਿਪੂ ਹੋਲਡਰ ਆਈ ਮੈਂ ਡਿਪੂ ਹੋਲਡਰ ਵੀ ਹਾਂ ਜੀ। ਤੇ ਜੇ ਕਣਕ ਕੋਈ ਕਿਸੇ ਖਾ ਜਾਂਦਾ ਹੁੰਦਾ ਤਾਂ ਮੈਂ ਕਹਿਣਾ ਕਣਕ ਕਿਸੇ ਡਿਪੂਆਂ ਤੱਕ ਵੀ ਨਹੀਂ ਪਹੁੰਚਣੀ ਸੀ, ਉੱਥੇ ਇੰਸਪੈਕਟਰ ਹੀ ਖਾ ਜਾ ਕਰਦੇ। ਜਿੰਨਾ ਚਿਰ ਕਾਰਡ ਧਾਰਕ ਦਾ ਅੰਗੂਠਾ ਨਹੀਂ ਲੱਗਦਾ ਉਹਨਾਂ ਚਿਰ ਉੱਥੋਂ ਪਰਚੀ ਨਹੀਂ ਲੱਗਦੀ, ਕਣਕ ਨਹੀਂ ਕੱਟੀ ਜਾਂਦੀ ਜੀ। ਜੇ ਉਹਦਾ ਅੰਗੂਠਾ ਲੱਗੂਗਾ ਫਿਰ ਪਰਚੀ ਨਿਕਲੂਗੀ, ਫਿਰ ਉਨੀ ਕਣਕ ਲਿਖੀ ਆਊ ਪਰਚੀ ਉੱਤੇ, ਉਨੀ ਕਣਕ ਹੀ ਉੱਥੋਂ ਕੱਟੀ ਜਾਣੀ ਆ। ਨਾ ਕੋਈ ਸਰਪੰਚ ਕਣਕ ਖਾਂਦਾ, ਨਾ ਹੀ ਕੋਈ ਡਿਪੂ ਹੋਲਡਰ ਖਾਂਦਾ, ਨਾ ਇੰਸਪੈਕਟਰ ਖਾਂਦਾ, ਕੋਈ ਨਹੀਂ ਖਾਂਦਾ ਉਹਨਾਂ ਦੀ ਕਣਕ। ਜਿਹੜੀ ਪਰਚੀ ਕੱਟੀ ਜਾਣੀ ਆ ਉਨੀ ਕਣਕ ਮਿਲਣੀ ਆ ਜੀ। ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬਾਨ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਇਹ ਬਠਿੰਡਾ ਦੇ ਮੌੜ ਬਲਾਕ ਦੇ 4 ਪਿੰਡਾਂ ਦੇ ਸਰਪੰਚ ਸਨ, ਔਰ ਉਹਨਾਂ ਨੇ ਆਪਣਾ ਜਿਹੜਾ ਪੱਖ ਹੈਗਾ ਇਹ ਸਟੇਟਮੈਂਟ ਆਉਣ ਤੋਂ ਬਾਅਦ ਸੋਨੀਆ ਮਾਨ ਦੀ ਸਟੇਟਮੈਂਟ ਆਉਣ ਤੋਂ ਬਾਅਦ ਇਹਨਾਂ ਨੇ ਰੱਖਿਆ ਹੈ ਕਿ ਜੋ ਇਹਨਾਂ ਦੀ ਮਾਣ ਨੂੰ ਠੇਸ ਪਹੁੰਚਾਈ ਗਈ ਹੈ, ਮਾਨਹਾਨੀ ਮਹਿਸੂਸ ਕਰ ਰਹੇ ਨੇ। ਔਰ ਜੇਕਰ ਸੋਨੀਆ ਮਾਨ
ਨਹੀਂ ਮਾਫੀ ਮੰਗਦੀ ਤਾਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਉਹਨਾਂ ਦੇ ਉੱਪਰ ਕਿਸੇ ਵੀ ਵਕਤ ਜਿਹੜਾ ਡੈਫਾਮੇਸ਼ਨ ਕੇਸ ਹੈ ਉਹ ਇਹਨਾਂ ਸਰਪੰਚਾਂ ਵੱਲੋਂ ਹੋ ਸਕਦਾ ਹੈ, ਪੰਜਾਬ ਦੇ ਸਰਪੰਚਾਂ ਵੱਲੋਂ ਹੋ ਸਕਦਾ ਹੈ। ਔਰ ਮੈਂ ਇਹਨਾਂ ਸਰਪੰਚ ਸਾਹਿਬਾਨਾਂ ਦੀ ਗੱਲ ਤੁਹਾਨੂੰ ਦੱਸ ਦਿੰਦੀ ਹਾਂ ਕਿਉਂਕਿ ਮੈਂ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ ਤਾਂ ਸਾਨੂੰ ਆਸ-ਪਾਸ ਦੇ ਪਿੰਡਾਂ ਦੇ ਬਾਰੇ ਪਤਾ ਹੈ ਕਿ ਇਹ ਜਿਹੜੇ ਸਰਪੰਚ ਸਾਹਿਬ ਖੜੇ ਨੇ ਰਾਏ ਖਾਨਾ ਪਿੰਡ ਦੇ ਸਰਪੰਚ ਨੇ ਔਰ ਇਹਨਾਂ ਦੀ ਪੰਚਾਇਤ ਨੂੰ ਦੀਨ ਦਿਆਲ ਉਪਾਧਿਆਏ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ, ਇਹਨਾਂ ਦੀ ਹਾਰਡ ਵਰਕ ਨੂੰ ਦੇਖਦੇ ਹੋਏ ਅਜਿਹੇ ਜਿਹੜੇ ਸਨਮਾਨ ਨੇ ਇਹਨਾਂ ਨੂੰ ਮਿਲਦੇ ਨੇ। ਬਠਿੰਡਾ ਤੋਂ ਪੰਜਾਬ ਨਿਊਜ਼ ਦੇ ਲਈ ਆਕਾਂक्षा ਸਕਸੈਨਾ।